वेलकम इन द क्लास। आज अपनी यूनिट 3 चैप्टर नंबर 4 मैगनैटिक डाइपोल एंड अर्थ मैगनेटिज्म है। इस यूनिट ਦੇ ਵਿੱਚ ਆਪਣਾ ਕੋਲ 3rd ਚੈਪਟਰ ਕੰਪਲੀਟ ਹੋ ਚੁੱਕਿਆ। 4th ਚੈਪਟਰ ਆਪਾਂ ਸਟਾਰਟ ਕਰਨਾ ਹੈ। ਤਾਂ ਹੁਣ ਆਪਣੇ ਕੋਲ ਕੀ ਹੈ, ਜੇ ਇੱਕ ਕੋਈ ਵੀ ਲੀਨੀਅਰ ਪੀਸ ਦਿੱਤਾ ਹੋਇਆ ਲੋਡ ਸਟੋਨ ਦਾ, ਤੇ ਜੇ ਉਹਨੂੰ ਆਪਾਂ ਫ੍ਰੀਲੀ ਸਸਪੈਂਡ ਕਰਦੇ ਤਾਂ ਹਮੇਸ਼ਾ ਹੀ ਐਂਡ ਦੇ ਉੱਪਰ ਆ ਕੇ ਰੈਸਟ ਪੋਜੀਸ਼ਨ ਜਿਹੜੀ ਅਕਵਾਇਰ ਕਰਦਾ, ਤਾਂ ਉਹਦੇ ਤੋਂ ਉਹਨੇ ਕਿਹੜੀਆਂ ਡਾਇਰੈਕਸ਼ਨ ਸ਼ੋ ਕੀਤੀਆਂ ਨੇ, ਨਾਰਥ ਤੇ ਸਾਊਥ। ਕਿਉਂਕਿ ਜਦੋਂ ਉਹ ਰੈਸਟ ਪੋਜੀਸ਼ਨ ਅਕਵਾਇਰ ਕਰ ਲਿਆ ਹੈ ਤਾਂ ਉਹ ਅਰਥ ਦੇ ਜੀਓਗ੍ਰਾਫੀਕਲ ਨਾਰਥ ਸਾਊਥ ਲਾਈਨ ਦੇ ਅਲੋਂਗ ਹੀ ਰੈਸਟ ਦੀ ਪੋਜੀਸ਼ਨ ਅਕਵਾਇਰ ਕਰਦਾ। ਤਾਂ ਇਸ ਡਾਇਰੈਕਸ਼ਨਲ ਪ੍ਰੋਪਰਟੀ ਜਿਹੜੀ ਉਹਨੇ ਅਕਵਾਇਰ ਕੀਤੀ ਹੋਈ ਆ, ਇਹ ਕਿਹਦਾ ਪ੍ਰਿੰਸੀਪਲ ਸੀ, ਕਿਹਦੇ ਵਿੱਚ ਇਸ ਹੈਲਪ ਦੇ ਨਾਲ ਆਪਾਂ ਕੀ ਆ ਮੈਗਨੈਟਿਕ ਕੰਪਾਸ ਬਣਾਈ ਹੋਈ ਆ। ਅਤੇ ਮੈਗਨੈਟਿਕ ਕੰਪਾਸ ਆਪਾਂ ਨੂੰ ਕਿੱਥੇ ਹੈਲਪ ਕਰਦਾ ਹੈ ਨੈਵੀਗੇਸ਼ਨ ਦੇ ਵਿੱਚ, ਕਿ ਆਪਾਂ ਜੇ ਕੋਈ ਡਾਇਰੈਕਸ਼ਨ ਫਾਈਂਡ ਕਰਨੀ ਆ ਕਿ ਆਪਾਂ ਨਾਰਥ ਦੇ ਵਿੱਚ ਜਾਣਾ ਹੈ ਜਾਂ ਸਾਊਥ ਦੇ ਵਿੱਚ ਜਾਣਾ ਹੈ, ਕਿੱਥੇ ਆਪਾਂ ਮੂਵ ਕਰਨਾ ਚਾਹੁੰਦੇ ਆ। ਜੇ ਕਿਸੇ ਜਗ੍ਹਾ ਦੇ ਉੱਪਰ ਹੈਗੇ ਆ ਤਾਂ ਉਹ ਕਿਹੜੇ ਨਾਰਥ ਵਿੱਚ ਲਾਈ ਕਰਦੀ ਹੈ ਜਾਂ ਸਾਊਥ ਵਿੱਚ ਲਾਈ ਕਰ ਰਹੀ ਹੈ, ਕਿ ਆਪਾਂ ਕਿਹੜੀ ਡਾਇਰੈਕਸ਼ਨ 'ਚ ਮੂਵ ਕਰ ਰਹੇ ਹਾਂ, ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈਗੇ ਆ। ਉਹ ਸਿਰਫ ਕਿਹਦੇ ਕਰਕੇ ਪੋਸੀਬਲ ਸੀਗਾ, ਮੈਗਨੈਟਿਕ ਕੰਪਾਸ ਦੇ ਕਾਰਨ। ਤਾਂ ਅਰਥ ਦੇ ਮੈਗਨੇਟਿਜ਼ਮ ਦੇ ਕਾਰਨ ਹੀ ਜਿਹੜੀ ਮੈਗਨੈਟਿਕ ਕੰਪਾਸ ਆ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਕਿਵੇਂ ਅਲਾਈਨਮੈਂਟ ਦਿੰਦੀ ਆ ਅਲੋਂਗ ਨਾਰਥ ਸਾਊਥ ਡਾਇਰੈਕਸ਼ਨ। ਹਾਂ, ਜਿਹੜੇ ਮੈਗਨੈਟਿਕ ਫੋਰਸ ਅਤੇ ਮੈਗਨੇਟਿਜ਼ਮ ਨੇ ਇਹ ਕਿਹਦੇ ਕਰਕੇ ਇਫੈਕਟ ਪ੍ਰੋਡਿਊਸ ਹੁੰਦੇ ਆ, ਜਿਹੜੇ ਇਲੈਕਟ੍ਰੀਕਲ ਚਾਰਜਸ ਨੇ। ਬਟ ਇਹ ਇਲੈਕਟ੍ਰਿਕ ਚਾਰਜਸ ਹਮੇਸ਼ਾ ਹੀ ਮੋਸ਼ਨ ਦੇ ਵਿੱਚ ਹੋਣੇ ਚਾਹੀਦੇ ਆ, ਤਾਂ ਹੀ ਇਹ ਇਫੈਕਟ ਪ੍ਰੋਡਿਊਸ ਹੋਣਗੇ। ਔਰ ਐਸਟਰ ਨੇ ਡਿਸਕਵਰ ਕੀਤਾ ਸੀਗਾ ਕਿ ਜਿਹੜੇ ਇਲੈਕਟ੍ਰਿਕ ਕਰੰਟਸ ਨੇ ਉਹਨਾਂ ਦੇ ਮੈਗਨੈਟਿਕ ਇਫੈਕਟਸ ਕੀ ਨੇ, ਕਿਵੇਂ ਉਹ ਪ੍ਰੋਡਿਊਸ ਕਰਦੇ ਆ। ਤਾਂ ਮੈਗਨੇਟਿਜ਼ਮ ਦੇ ਜਿਹੜੇ ਫਿਨੋਮੀਨਾ ਨੇ, ਇਹਨਾਂ ਦੀਆਂ ਬੇਸਿਕ ਪ੍ਰੋਪਰਟੀਜ਼ ਨੇ, ਉਹ ਕਾਫੀ ਟਾਈਮ ਬਾਅਦ ਆਪਾਂ ਨੂੰ ਪਤਾ ਲੱਗੀਆਂ। ਨੈਕਸਟ ਹੈ ਆਰਟੀਕਲ ਆਰਟੀਫਿਸ਼ੀਅਲ ਬਾਰ ਮੈਗਨੇਟ ਐਂਡ ਇਟਸ ਪ੍ਰੋਪਰਟੀਜ਼, ਕਿ ਜਿਹੜੇ ਹੁਣ ਆਪਾਂ ਨੂੰ ਨੇਚਰ ਦੇ ਵਿੱਚ ਨੈਚੁਰਲ ਮੈਗਨੇਟਸ ਮਿਲਦੇ ਆ ਉਹ ਜ਼ਿਆਦਾ ਸਟਰੋਂਗ ਨਹੀਂ ਹੁੰਦੇ। ਹੁਣ ਕਿਉਂਕਿ ਉਹਨਾਂ ਦੀ ਸ਼ੇਪਸ ਔਡ ਨੇ, ਕਿ ਪਰਟੀਕੂਲਰ ਸ਼ੇਪਸ ਦੇ ਵਿੱਚ ਨਹੀਂ ਹੁੰਦੇ, ਕੋਈ ਪਰਟੀਕੂਲਰ ਸ਼ੇਪ ਅਕਵਾਇਰ ਨਹੀਂ ਕੀਤੀ ਹੋਈ। ਇਸੇ ਕਰਕੇ ਜਿਹੜੇ ਨੈਚੁਰਲ ਮੈਗਨੇਟਸ ਨੇ ਉਹਨਾਂ ਨੂੰ ਯੂਜ਼ ਕਰਨਾ ਔਖਾ ਸੀ, ਕਨਵੀਨੀਅੰਟ ਨਹੀਂ ਸੀ। ਹੁਣ ਜੇ ਆਪਾਂ ਆਇਰਨ ਦੇ ਪੀਸ ਦੀ ਗੱਲ ਕਰੀਏ, ਹੁਣ ਜੇ ਉਹਨਾਂ ਨੂੰ ਇੱਕ ਪਰਟੀਕੂਲਰ ਸ਼ੇਪ ਦੇ ਦਈਏ ਤਾਂ ਉਹਨਾਂ ਨੂੰ ਆਸਾਨੀ ਦੇ ਨਾਲ ਆਪਾਂ ਮੈਗਨੇਟ ਬਣਾ ਸਕਦੇ ਹਾਂ। ਉਹ ਕਿਵੇਂ ਬਣਾ ਸਕਦੇ ਹਾਂ, ਜੇ ਆਪਾਂ ਉਹਨਾਂ ਆਇਰਨ ਦੇ ਪੀਸਿਸ ਨੂੰ ਨੈਚੁਰਲ ਮੈਗਨੇਟ ਦੇ ਨਾਲ ਰੱਬ ਕਰੀਏ। ਹੁਣ ਇਹ ਆਪਾਂ ਨੋਟ ਕੀਤਾ ਕਿ ਜਿਹੜੀ ਸਟੀਲ ਰੋਡ ਆ ਉਹਨੂੰ ਆਪਾਂ ਆਸਾਨੀ ਦੇ ਨਾਲ ਮੈਗਨੇਟਿਜ਼ਮ ਨਹੀਂ ਅਕਵਾਇਰ ਕਰਵਾ ਸਕਦੇ ਜਦੋਂ ਆਪਾਂ ਉਹਨੂੰ ਸੌਫਟ ਆਇਰਨ ਰੋਡ ਦੇ ਨਾਲ ਰੱਬ ਕਰਦੇ ਹਾਂ। ਪਰ ਜੇ ਇੱਕ ਵਾਰੀ ਸਟੀਲ ਰੋਡ ਨੇ ਮੈਗਨੇਟਿਜ਼ਮ ਅਕਵਾਇਰ ਕਰ ਲਈ, ਜਿੰਨਾ ਉਹਨੂੰ ਆਪਾਂ ਰੱਬ ਕਰਕੇ ਦਿੱਤੀ ਸੀ, ਤਾਂ ਉਹ ਆਸਾਨੀ ਦੇ ਨਾਲ ਉਹਨੂੰ ਲੂਜ਼ ਨਹੀਂ ਕਰਦੀ। ਸਿਰਫ ਕਦੋਂ ਲੂਜ਼ ਕਰੂਗੀ, ਜੇ ਆਪਾਂ ਉਹਨੂੰ ਹਾਈ ਟੈਂਪਰੇਚਰ ਦੇ ਉੱਪਰ ਹੀਟ ਕਰਾਂਗੇ। ਬਟ ਇਹਦੇ ਆਪੋਜ਼ਿਟ ਜੇ ਆਪਾਂ ਦੇਖੀਏ ਕਿ ਜਿਹੜੀ ਸੌਫਟ ਆਇਰਨ ਰੋਡ ਸੀ ਜਿਹਨੇ ਮੈਗਨੇਟਿਜ਼ਮ ਅਕਵਾਇਰ ਕੀਤੀ ਸੀ, ਜੇ ਉਹਨੂੰ ਥੋੜ੍ਹਾ ਜਿਹਾ ਵੀ ਆਪਾਂ ਪਰਮਾਨੈਂਟ ਮੈਗਨੇਟ ਦੇ ਨੇੜੇ ਲੈ ਕੇ ਆਉਂਦੇ ਹਾਂ, ਜਿਹਨੂੰ ਆਪਾਂ ਨੇੜੇ ਰੱਖਿਆ ਹੋਇਆ ਸੀ, ਉਹਦੀ ਪ੍ਰੋਪਰਟੀ ਕੀ ਉਹਨੇ ਲੂਜ਼ ਕਰ ਦੇਣੀ ਹੈ। ਜੇ ਉਹਨੂੰ ਆਪਾਂ ਉਹਦੇ ਤੋਂ ਦੂਰ ਲੈ ਕੇ ਜਾਂਦੇ ਹਾਂ, ਮਤਲਬ ਉਹ ਡਿਪੈਂਡ ਕਰ ਜੂਗਾ ਕਿ ਜਿਹੜਾ ਸੌਫਟ ਆਇਰਨ ਰੋਡ ਸੀਗਾ ਉਹ ਪਰਮਾਨੈਂਟ ਮੈਗਨੇਟ ਦੇ ਜੇ ਤਾਂ ਨੇੜੇ ਰਹੂਗਾ ਤਾਂ ਹੀ ਉਹਦੇ ਵਿੱਚ ਮੈਗਨੇਟਿਜ਼ਮ ਦੀ ਪ੍ਰੋਪਰਟੀ ਹੋਊਗੀ। ਜੇ ਇਹਨੂੰ ਆਪਾਂ ਦੂਰ ਲੈ ਕੇ ਜਾਵਾਂਗੇ ਤਾਂ ਉਹਦੇ ਵਿੱਚ ਮੈਗਨੇਟਿਜ਼ਮ ਨਹੀਂ ਰਹੂਗਾ, ਰਿਮੂਵ ਹੋ ਜਾਊਗਾ। ਹੁਣ ਜੇ ਬਾਹਰ ਮੈਗਨੇਟ ਨੂੰ ਆਪਾਂ ਆਇਰਨ ਫਿਲਿੰਗਸ ਦੇ ਨੇੜੇ ਲੈ ਕੇ ਆਉਂਦੇ ਹਾਂ, ਕਿ ਜਿਵੇਂ ਆਪਾਂ ਲੋਹੇ ਦੀਆਂ ਮੇਖਾਂ ਦੀ ਗੱਲ ਕਰੀਏ, ਕਿ ਕਾਫੀ ਹੀਪ ਆ, ਉੱਥੇ ਇੱਕ ਗਰੁੱਪ ਬਣਾ ਕੇ ਰੱਖਿਆ, ਝੁੰਡ ਬਣਾਇਆ ਹੈਗਾ ਆਪਣੇ ਕੋਲ, ਜਿੰਨਾ ਵੀ ਹੀਪ ਬਣ ਰਿਹਾ ਹੈ, ਤਾਂ ਉਹਨਾਂ ਨੇ ਕਿੱਥੇ ਜਾ ਕੇ ਇਕੱਠੇ ਹੋ ਜਾਣਾ ਹੈ। ਜਿਹੜਾ ਮੈਗਨੇਟ ਆਪਾਂ ਨੂੰ ਦਿੱਤਾ ਹੋਇਆ ਉਹਦੇ ਦੋ ਐਂਡਸ ਦੇ ਉੱਪਰ ਜਾ ਕੇ ਉਹ ਸਾਰੀਆਂ ਆਇਰਨ ਫਿਲਿੰਗਸ ਇਕੱਠੀਆਂ ਹੋ ਜਾਣਗੀਆਂ, ਜੁੜ ਜਾਣਗੀਆਂ, ਕਿਉਂਕਿ ਮੈਗਨੇਟ ਨੇ ਉਹਨਾਂ ਨੂੰ ਕੀ ਕੀਤਾ, ਅਟਰੈਕਟ ਕਰ ਲਿਆ। ਤਾਂ ਹੁਣ ਜਿਹੜੇ ਦੋ ਐਂਡਸ ਨੇ ਜਿਹੜੇ ਉਹਨਾਂ ਨੂੰ ਅਟਰੈਕਟ ਕਰ ਰਹੇ ਸੀ, ਇਹ ਉਸ ਮੈਗਨੇਟ ਦੇ ਕੀ ਹੋਣਗੇ, ਪੋਲ। ਹੁਣ ਫਸਟ ਡੈਫੀਨੇਸ਼ਨ ਹੈਗੀ ਹੈ ਮੈਗਨੈਟਿਕ ਪੋਲ। ਹੁਣ ਆਪਣੇ ਕੋਲ ਜਿਹੜਾ ਮੈਗਨੇਟ ਦਿੱਤਾ ਹੋਇਆ ਉਹਦੇ ਪ੍ਰੈਫਰਡ ਰੀਜਨ ਨੇ, ਕਿ ਜਿੱਥੇ ਜ਼ਿਆਦਾ ਅਟਰੈਕਸ਼ਨ ਹੋ ਰਹੀ ਹੈ ਦੋਨੋਂ ਐਂਡਸ ਦੇ ਉੱਪਰ, ਤਾਂ ਮੈਗਨੈਟਿਕ ਫੋਰਸ ਇਸ ਬਾਰ ਮੈਗਨੇਟ ਦੇ ਕਰਕੇ ਉਹਨਾਂ ਐਂਡਸ ਦੇ ਉੱਪਰ ਕੀ ਆ, ਮੈਕਸੀਮਮ ਹੋਊਗਾ। ਉਹਨਾਂ ਨੂੰ ਆਪਾਂ ਕੀ ਨਾਮ ਦਿੰਦੇ ਆ, ਪੋਲਸ। ਫਸਟ ਪ੍ਰੋਪਰਟੀ ਹੈਗੀ ਆ ਅਟਰੈਕਟਿਵ ਪ੍ਰੋਪਰਟੀ, ਕਿ ਮੈਗਨੇਟ ਕੀ ਆ, ਕਿ ਜਿਹੜੇ ਮੈਗਨੈਟਿਕ ਸਬਸਟੈਂਸ ਆ ਜਿਵੇਂ ਆਇਰਨ, ਸਟੀਲ, ਕੋਬਾਲਟ, ਨਿਕਲ, ਇਹਨਾਂ ਦੇ ਛੋਟੇ ਛੋਟੇ ਪੀਸਿਸ ਨੂੰ ਵੀ ਆਪਣੇ ਵੱਲ ਅਟਰੈਕਟ ਕਰ ਸਕਦੇ ਆ। ਅਤੇ ਅਟਰੈਕਸ਼ਨ ਮੈਕਸੀਮਮ ਕਿੱਥੇ ਹੁੰਦੀ ਆ, ਪੋਲਸ ਦੇ ਉੱਪਰ ਹੁੰਦੀ ਆ। ਬਟ ਜਿਹੜੇ ਪੋਲਸ ਨੇ, ਨਾਰਥ ਅਤੇ ਸਾਊਥ ਪੋਲਸ ਨੇ, ਇਹ ਐਂਡ ਦੇ ਉੱਪਰ ਨਹੀਂ ਹੁੰਦੇ, ਐਂਡ ਪੁਆਇੰਟਸ ਦੇ ਨੇੜੇ ਪਏ ਹੁੰਦੇ ਆ, ਨੇੜੇ ਲਾਈ ਕਰਦੇ ਆ, ਐਗਜ਼ੈਕਟਲੀ ਐਂਡ ਦੇ ਉੱਪਰ ਨਹੀਂ ਹੁੰਦੇ। ਨੈਕਸਟ ਹੈ ਡਾਇਰੈਕਟਿਵ ਪ੍ਰੋਪਰਟੀ, ਕਿ ਜਿਹੜੇ ਮੈਗਨੇਟ ਆਪਾਂ ਨੂੰ ਦਿੱਤੇ ਹੋਏ ਆ, ਜਦੋਂ ਆਪਾਂ ਉਹਨਾਂ ਨੂੰ ਫ੍ਰੀਲੀ ਸਸਪੈਂਡ ਕਰਦੇ ਹਾਂ ਤਾਂ ਇਹਨਾਂ ਨੇ ਆਪਣੇ ਆਪ ਨੂੰ ਕਿਵੇਂ ਅਲਾਈਨਮੈਂਟ ਦੇਣੀ ਆ, ਜੀਓਗ੍ਰਾਫੀਕਲ ਨਾਰਥ ਸਾਊਥ ਲਾਈਨ ਦੇ, ਤਾਂ ਕਿ ਜਿਹੜਾ ਨਾਰਥ ਪੋਲ ਹੋਊਗਾ ਮੈਗਨੇਟ ਦਾ ਉਹ ਅਰਥ ਦੇ ਨਾਰਥ ਦੇ ਵੱਲ ਅਲਾਈਨ ਹੋਊਗਾ, ਅਤੇ ਜਿਹੜਾ ਸਾਊਥ ਪੋਲ ਹੋਊਗਾ ਮੈਗਨੇਟ ਦਾ ਉਹ ਅਰਥ ਦੇ ਸਾਊਥ ਵੱਲ ਅਲਾਈਨ ਹੋਊਗਾ। ਨੈਕਸਟ ਹੈ ਅਨਲਾਈਕ ਪੋਲਸ ਅਟਰੈਕਟ ਐਂਡ ਲਾਈਕ ਪੋਲਸ ਰਿਪੈਲ, ਕਿ ਜੇ ਹੁਣ ਆਪਾਂ ਇੱਕ ਮੈਗਨੇਟ ਦਾ ਸਾਊਥ ਪੋਲ ਦੂਜੇ ਮੈਗਨੇਟ ਦੇ ਨਾਰਥ ਪੋਲ ਦੇ ਨੇੜੇ ਲੈ ਕੇ ਆਉਂਦੇ ਆ ਤਾਂ ਉਹਨਾਂ ਨੇ ਕੀ ਕਰਨਾ, ਇੱਕ ਦੂਜੇ ਨੂੰ ਅਟਰੈਕਟ ਕਰਨਾ। ਬਟ ਜੇ ਹੁਣ ਆਪਾਂ ਇੱਕ ਮੈਗਨੇਟ ਦੇ ਨਾਰਥ ਪੋਲ ਦੇ ਨੇੜੇ ਦੂਜੇ ਮੈਗਨੇਟ ਦਾ ਨਾਰਥ ਪੋਲ ਲੈ ਕੇ ਆ ਰਹੇ ਹਾਂ ਤਾਂ ਉਹ ਇੱਕ ਦੂਜੇ ਨੂੰ ਕੀ ਕਰਨਗੇ, ਰਿਪੈਲ ਕਰਨਗੇ। ਤਾਂ ਹੁਣ ਇਹਦੇ ਵਿੱਚ ਕੀ ਹੋ ਗਿਆ ਕਿ ਜੇ ਤਾਂ ਆਪੋਜ਼ਿਟ ਪੋਲਸ ਹੋਣਗੇ ਤਾਂ ਹੀ ਉਹ ਇੱਕ ਦੂਜੇ ਨੂੰ ਅਟਰੈਕਟ ਕਰਨਗੇ, ਬਟ ਜੇ ਸੇਮ ਪੋਲਸ ਹੋਣਗੇ, ਨੇਚਰ ਸੇਮ ਹੋਊਗੀ ਉਹਨਾਂ ਦੀ, ਲਾਈਕ ਪੋਲ ਹੋਣਗੇ, ਤਾਂ ਉਹਨਾਂ ਨੇ ਇੱਕ ਦੂਜੇ ਨੂੰ ਰਿਪੈਲ ਕਰਨਾ।
ਨੈਕਸਟ ਹੈ ਮੈਗਨੈਟਿਕ ਪੋਲਸ ਐਗਜ਼ਿਸਟ ਇਨ ਪੇਅਰਸ, ਕਿ ਜੇ ਆਪਾਂ ਇੱਕ ਮੈਗਨੇਟ ਨੂੰ ਦੋ ਇਕੁਅਲ ਪਾਰਟਸ ਵਿੱਚ ਕੱਟ ਕਰਦੇ ਹਾਂ, ਲੈਂਥ ਦੇ ਅਲੋਂਗ ਆਪਾਂ ਨੂੰ ਕੱਟ ਕਰਨੇ ਆ, ਤਾਂ ਉਹਨਾਂ ਨੇ ਕੀ ਕਰਨਾ, ਇਫ ਦੀ ਮੈਗਨੇਟ ਇਜ਼ ਕੱਟ ਇਨਟੂ ਟੂ ਇਕੁਅਲ ਪਾਰਟਸ ਅਲੋਂਗ ਦੀ ਲੈਂਥ ਆਫ ਦੀ ਮੈਗਨੇਟ, ਤਾਂ ਹਰੇਕ ਪਾਰਟ ਜਿਹੜਾ ਆਪਣੇ ਕੋਲੇ ਹੋਊਗਾ ਮੈਗਨੇਟ ਦਾ, ਉਹਨਾਂ ਦੇ ਵਿੱਚ ਪੋਲ ਸਟਰੈਂਥ ਕੀ ਹੋਊਗੀ, ਐਗਜ਼ੈਕਟਲੀ ਹਾਫ ਹੋ ਜੂ, ਅੱਧੀ ਰਹਿ ਜੂਗੀ ਜਿੰਨੀ ਓਰੀਜਨਲ ਮੈਗਨੇਟ ਦੀ ਪੋਲ ਸਟਰੈਂਥ ਸੀ। ਪਰ ਜੇ ਇਸ ਦੇ ਆਪਾਂ ਮੈਗਨੇਟ ਨੂੰ ਦੋ ਇਕੁਅਲ ਪਾਰਟਸ ਦੇ ਵਿੱਚ ਕੱਟ ਕਰੀਏ, ਕਿਵੇਂ ਕੱਟ ਕਰਨਾ, ਟਰਾਂਸਵਰਸ ਟੂ ਇਟਸ ਲੈਂਥ ਦੇ ਪਰਪੈਂਡੀਕੂਲਰ ਕੱਟ ਕਰ ਰਹੇ ਆ, ਤਾਂ ਆਪਣੇ ਕੋਲੇ ਕੀ ਹੈ, ਫਿਰ ਦੋ ਮੈਗਨੇਟ ਐਗਜ਼ਿਸਟ ਕਰਨਗੀਆਂ, ਤਾਂ ਉਹਨਾਂ ਮੈਗਨੇਟਸ ਦੇ ਵੀ ਆਪਣੇ ਕੋਲੇ ਦੋ ਪੋਲਸ ਹੋਣਗੇ, ਨਾਰਥ ਅਤੇ ਸਾਊਥ। ਇੱਧਰ ਵੀ ਨਾਰਥ ਅਤੇ ਸਾਊਥ ਦੋ ਪੋਲ ਆ ਰਹੇ ਆ, ਤਾਂ ਹਰੇਕ ਪਾਰਟ ਜਿਹੜਾ ਆਪਾਂ ਕੱਟ ਕਰਕੇ ਦੇਖਿਆ ਮੈਗਨੇਟ ਦਾ, ਉਹਨਾਂ ਦੇ ਵਿੱਚ ਦੋ ਦੋ ਪੋਲ ਐਗਜ਼ਿਸਟ ਕਰ ਰਹੇ ਆ। ਹਰੇਕ ਪਾਰਟ ਦੇ ਵਿੱਚ ਮੈਗਨੇਟ ਪੋਜੈਸ ਕੀਤੀ ਹੋਈ ਆ, ਉਹਨਾਂ ਦੀ ਪੋਲ ਸਟਰੈਂਥ ਵੀ ਸੇਮ ਹੋਊਗੀ ਜਿੰਨੀ ਓਰੀਜਨਲ ਮੈਗਨੇਟ ਦੀ ਸੀਗੀ। ਹੁਣ ਮੇਨ ਡਿਫਰੈਂਸ ਕੀ ਆ ਇਲੈਕਟ੍ਰਿਸਿਟੀ ਅਤੇ ਮੈਗਨੇਟਿਜ਼ਮ ਦੇ ਵਿੱਚ, ਕਿ ਇਲੈਕਟ੍ਰਿਸਿਟੀ ਦੇ ਵਿੱਚ ਆਈਸੋਲੇਟਡ ਚਾਰਜ ਐਗਜ਼ਿਸਟ ਕਰਦਾ, ਮਤਲਬ ਪੋਜ਼ੀਟਿਵ ਚਾਰਜ ਜਾਂ ਨੈਗੇਟਿਵ ਚਾਰਜ ਆਪਾਂ ਇੱਕ ਇਕੱਲੇ ਚਾਰਜ ਦੀ ਗੱਲ ਕਰਦੇ ਹਾਂ ਕਿ ਐਗਜ਼ਿਸਟ ਕਰਦਾ, ਬਟ ਮੈਗਨੇਟਿਜ਼ਮ ਦੇ ਵਿੱਚ ਕੀ ਆ, ਆਈਸੋਲੇਟਡ ਮੈਗਨੈਟਿਕ ਪੋਲ ਐਗਜ਼ਿਸਟ ਨਹੀਂ ਕਰਦਾ, ਮੋਨੋਪੋਲ ਡਜ਼ ਨਾਟ ਐਗਜ਼ਿਸਟ। ਮਤਲਬ ਜੇ ਹੁਣ ਆਪਾਂ ਇਸ ਤਰ੍ਹਾਂ ਨੂੰ ਕੱਟ ਕੀਤਾ ਤਾਂ ਵੀ ਆਪਣੇ ਕੋਲੇ ਦੋ ਐਂਡਸ ਹੀ ਆ ਰਿਹਾ, ਨਾਰਥ ਅਤੇ ਸਾਊਥ। ਇੱਦਾਂ ਨਹੀਂ ਹੋਇਆ ਕਿ ਜਦੋਂ ਆਪਾਂ ਮੈਗਨੇਟ ਨੂੰ ਕੱਟ ਕੀਤਾ ਤਾਂ ਨਾਰਥ ਪੋਲ ਇੱਕ ਸਾਈਡ ਰਹਿ ਗਿਆ, ਸਾਊਥ ਪੋਲ ਇੱਕ ਸਾਈਡ ਰਹਿ ਗਿਆ, ਦੋ ਪੋਲਸ ਤਾਂ ਵੀ ਐਗਜ਼ਿਸਟ ਕੀਤੇ ਨੇ ਜਦੋਂ ਆਪਾਂ ਉਹਨਾਂ ਨੂੰ ਕੱਟ ਕੀਤਾ। ਨੈਕਸਟ ਹੈ ਇੰਡਕਟਿਵ ਪ੍ਰੋਪਰਟੀ। ਹੁਣ ਕਿਸੇ ਵੀ ਸਬਸਟਾਂਸ ਦਾ ਜੇ ਆਪਾਂ ਕੋਈ ਪੀਸ ਲੈ ਰਹੇ ਹਾਂ, ਜਿਵੇਂ ਸੌਫਟ ਆਇਰਨ, ਸਟੀਲ, ਕੋਬਾਲਟ ਆ, ਕਿਸੇ ਬਾਰ ਮੈਗਨੇਟ ਦੇ ਨੇੜੇ ਰੱਖਦੇ ਹਾਂ ਤਾਂ ਉਹਨੇ ਮੈਗਨੇਟਿਜ਼ਮ ਅਕਵਾਇਰ ਕਰ ਲੈਣੀ ਹੈ। ਹੁਣ ਇੱਦਾਂ ਦੇ ਜਿਹੜੇ ਪੀਸ ਨੇ ਉਹ ਪਹਿਲਾਂ ਤਾਂ ਮੈਗਨੇਟਿਜ਼ਮ ਉਹਨਾਂ ਦੇ ਵਿੱਚ ਨਹੀਂ ਸੀ, ਬਟ ਜਦੋਂ ਆਪਾਂ ਨੇੜੇ ਰੱਖਿਆ ਤਾਂ ਹੀ ਉਹਨਾਂ ਨੇ ਮੈਗਨੇਟਿਜ਼ਮ ਅਕਵਾਇਰ ਕੀਤੀ। ਤਾਂ ਇਸ ਤਰ੍ਹਾਂ ਜਿਹੜੀ ਮੈਗਨੇਟਿਜ਼ਮ ਅਕਵਾਇਰ ਕੀਤੀ ਆ ਉਹ ਆਪਣੇ ਕੋਲੇ ਕੀ ਹੋਊਗੀ, ਉਹਨਾਂ ਦੀ ਇੰਡਿਊਸਡ ਮੈਗਨੇਟਿਜ਼ਮ, ਆਪਾਂ ਖੁਦ ਉਹਦੇ ਵਿੱਚ ਮੈਗਨੇਟਿਜ਼ਮ ਪ੍ਰੋਡਿਊਸ ਕਰਵਾ ਰਹੇ ਹਾਂ, ਤਾਂ ਉਹ ਵਰਡ ਉਹਦੇ ਨਾਲ ਆਪਾਂ ਲਿਖਣਾ ਹੈ ਇੰਡਿਊਸਡ। ਨੈਕਸਟ ਹੈ ਰਿਪਲਸ਼ਨ ਇਜ਼ ਦੀ ਸ਼ੋਰੈਸਟ ਟੈਸਟ ਫॉर ਡਿਸਟਿੰਗੁਇਸ਼ਿੰਗ ਬਿਟਵੀਨ ਅ ਮੈਗਨੇਟ ਐਂਡ ਅ ਪੀਸ ਆਫ ਆਇਰਨ, ਕਿ ਮੈਗਨੇਟ ਦਾ ਜਿਹੜਾ ਇੱਕ ਪੋਲ ਆ ਉਹ ਆਇਰਨ ਦੇ ਪੀਸ ਨੂੰ ਅਟਰੈਕਟ ਕਰਦਾ। ਕਿਵੇਂ ਅਟਰੈਕਟ ਕਰਦਾ, ਜਿਵੇਂ ਅਨਲਾਈਕ ਪੋਲ ਅਟਰੈਕਟ ਕਰਦੇ ਆ, ਜਿਵੇਂ ਹੁਣ ਆਪਾਂ ਇਸ ਡਾਇਗਰਾਮ 'ਚ ਦੇਖਿਆ ਸੀਗਾ ਨਾਰਥ ਐਂਡ ਸਾਊਥ ਅਨਲਾਈਕ ਪੋਲ ਸੀਗੇ, ਇਹ ਵੀ ਇੱਕ ਦੂਜੇ ਨੂੰ ਕੀ ਕਰ ਰਹੇ ਨੇ, ਅਟਰੈਕਟ ਕਰਨਗੇ। ਹੁਣ ਜੇ ਮੈਗਨੇਟ ਨੂੰ ਆਪਾਂ ਇੱਕ ਮੈਗਨੇਟ ਅਤੇ ਆਇਰਨ ਦੇ ਪੀਸ ਨੂੰ ਡਿਸਟਿੰਗੁਇਸ਼ ਉਹਨਾਂ ਡਿਫਰੈਂਸ਼ੀਏਟ ਕਰਨ ਦੇ ਲਈ ਯੂਜ਼ ਕਰਦੇ ਹਾਂ, ਤਾਂ ਫਿਰ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਕਿ ਜਦੋਂ ਨੇੜੇ ਲੈ ਕੇ ਆਉਂਦਾ ਦੋਨੋਂ ਐਂਡਸ ਦੇ ਸਪੈਸੀਮੈਨ ਨੂੰ, ਤਾਂ ਉਹ ਅਟਰੈਕਸ਼ਨ ਸ਼ੋਅ ਕਰੂ। ਜੇ ਉਹ ਆਇਰਨ ਰੋਡ ਹੋ, ਕਿਉਂਕਿ ਮੈਗਨੇਟ ਨੇ ਤਾਂ ਆਇਰਨ ਰੋਡ ਨੂੰ ਹਮੇਸ਼ਾ ਹੀ ਆਪਣੇ ਵੱਲ ਖਿੱਚਣਾ ਹੈ, ਪਰ ਰਿਪਲਸ਼ਨ ਇੱਕ ਐਂਡ ਦੇ ਉੱਪਰ ਕਦੋਂ ਹੋਊਗੀ, ਜਦੋਂ ਉਹ ਮੈਗਨੇਟ ਹੋਊਗਾ। ਤਾਂ ਇਸੇ ਕਰਕੇ ਰਿਪਲਸ਼ਨ ਦੇ ਕਾਰਨ ਹੀ ਆਪਾਂ ਪਤਾ ਕਰ ਸਕਦੇ ਹਾਂ ਕਿ ਕਿਹੜੀ ਮੈਗਨੇਟ ਜਿਹੜਾ ਸਬਸਟਾਂਸ ਦਿੱਤਾ ਕਿਹੜਾ ਮੈਗਨੇਟ ਆ ਅਤੇ ਕਿਹੜਾ ਆਇਰਨ ਦਾ ਪੀਸ ਆ। ਨੈਕਸਟ ਹੈ ਐਟੋਮਿਕ ਵਿਊ ਆਫ ਮੈਗਨੇਟਿਜ਼ਮ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਹੈਗਾ ਹੈ ਕਿ ਮੋਲੀਕੂਲਰ ਥਿਊਰੀ ਦੇਖਣੀ ਆ ਆਪਾਂ ਮੈਗਨੇਟਿਜ਼ਮ ਦੀ, ਜਿਹੜੀ ਵੈਬਰ ਨੇ ਦਿੱਤੀ ਸੀ ਕਿ ਜਿਹੜਾ ਵੀ ਆਪਣੇ ਕੋਲ ਕਰੰਟ ਲੂਪ ਹੋਊਗਾ ਉਹਨਾਂ ਨੇ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਬਿਹੇਵ ਕਰਨਾ, ਅਤੇ ਹਰੇਕ ਐਟਮ ਜਿਹੜਾ ਮੈਗਨੈਟਿਕ ਸਬਸਟਾਂਸ ਦਾ ਉਹਨੂੰ ਆਪਾਂ ਇੱਕ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਕੰਸੀਡਰ ਕੀਤਾ। ਹੁਣ ਇਹਦਾ ਮੇਨ ਰੀਜ਼ਨ ਕੀ ਹੈ ਕਿ ਕਿਉਂ ਹੁੰਦਾ ਕਿ ਜਿਹੜੇ ਇਲੈਕਟ੍ਰੋਨਸ ਨੇ ਨਿਊਕਲੀਅਸ ਦੇ ਵਿੱਚ ਪਏ ਤਾਂ ਉਹਨਾਂ ਨੇ ਐਟਮ ਦੇ ਆਲੇ ਦੁਆਲੇ ਕੀ ਆ, ਰਿਵੋਲਵ ਕਰਨਾ। ਜੇ ਹੁਣ ਆਪਾਂ ਇਸ ਤਰ੍ਹਾਂ ਗੱਲ ਕਰੀਏ ਕਿ ਨਿਊਕਲੀਅਸ ਦੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਨਸ ਪਏ ਨੇ ਉਹ ਹਮੇਸ਼ਾ ਹੀ ਕੀ ਆ, ਰਿਵੋਲਵ ਕਰਦੇ ਰਹਿਣਗੇ। ਤਾਂ ਉਹ ਕਿਹਦੇ ਇਕੁਇਵਲੈਂਟ ਹੋਣਗੇ, ਕਿਹਦੇ ਬਰਾਬਰ ਹੋਣਗੇ, ਕਿ ਜਿਹੜੇ ਛੋਟੇ ਛੋਟੇ ਕਰੰਟ ਲੂਪ ਉੱਥੇ ਬਣ ਰਹੇ ਆ। ਤਾਂ ਮੈਗਨੈਟਿਕ ਸਬਸਟਾਂਸ ਦੇ ਜਿਹੜੇ ਮੋਲੀਕਿਊਲਸ ਆ, ਚਾਹੇ ਉਹ ਮੈਗਨੇਟਾਈਜ਼ਡ ਆ ਚਾਹੇ ਅਨਮੈਗਨੇਟਾਈਜ਼ਡ ਆ, ਉਹ ਸਾਰੇ ਹੀ ਕੰਪਲੀਟ ਮੈਗਨੇਟਸ ਹੋਣਗੇ, ਪੂਰੇ ਮੈਗਨੇਟ ਦੀ ਤਰ੍ਹਾਂ ਹੀ ਉਹਨਾਂ ਨੇ ਬਿਹੇਵ ਕਰਨਾ, ਜਿਵੇਂ ਆਪਾਂ ਇੱਥੇ ਸ਼ੋਅ ਕੀਤਾ ਹੋਇਆ 4.04। ਹੁਣ ਅਨਮੈਗਨੇਟਾਈਜ਼ਡ ਮੈਗਨੈਟਿਕ ਸਬਸਟਾਂਸ ਜੇ ਆਪਾਂ ਦੇਖੀਏ ਤਾਂ ਜਿਹੜੇ ਮੋਲੀਕੂਲਰ ਮੈਗਨੇਟਸ ਨੇ ਉਹ ਕੀ ਹੈ, ਰੈਂਡਮਲੀ ਓਰੀਐਂਟਡ ਹੋਣਗੇ। ਤਾਂ ਜਦੋਂ ਰੈਂਡਮਲੀ ਓਰੀਐਂਟਡ ਆ ਤਾਂ ਉਹ ਕਿਵੇਂ ਇੱਕ ਕਲੋਜ਼ਡ ਲੂਪ ਬਣਾ ਰਹੇ ਆ। ਮੈਂ ਇਹਦੇ ਵਿੱਚ ਦੇਖਿਆ ਆਪਣੇ ਕੋਲ ਇੱਕ ਟਰਾਇੰਗਲ ਦੀ ਫਾਰਮ ਦੇ ਵਿੱਚ ਆ ਰਹੇ ਆ, ਇੱਥੇ ਆਪਣੇ ਕੋਲ ਕਿ ਪੋਲੀਗਨ ਦੀ ਸ਼ੇਪ ਦੇ ਵਿੱਚ ਆ ਗਏ ਨੇ। ਤਾਂ ਉਹ ਸਾਰੇ ਆਪਣੇ ਕੋਲ ਕਦੋਂ ਸੀਗੇ, ਜਿਹੜੇ ਅਨਮੈਗਨੇਟਾਈਜ਼ਡ ਮੈਗਨੈਟਿਕ ਸਬਸਟਾਂਸ ਦਿੱਤੇ ਹੋਏ ਸੀ ਉਹ ਰੈਂਡਮਲੀ, ਮਤਲਬ ਕੋਈ ਪਰਟੀਕੂਲਰ ਡਾਇਰੈਕਸ਼ਨ ਨਹੀਂ ਸੀਗੀ, ਤਾਂ ਰੈਂਡਮਲੀ ਓਰੀਐਂਟਡ ਹੋਣ ਦੇ ਕਾਰਨ ਹੀ ਉਹ ਕਿਹੜੀਆਂ ਚੇਨਸ ਬਣਾ ਰਹੇ ਸੀ, ਕਲੋਜ਼ਡ ਚੇਨ ਸੀ। ਤਾਂ ਇੱਕ ਮੋਲੀਕਿਊਲ ਮੈਗਨੇਟ ਦਾ ਜਿਹੜਾ ਨਾਰਥ ਪੋਲ ਹੋਊਗਾ, ਇੱਕ ਨਾਰਥ ਪੋਲ ਦੂਜੇ ਸਾਊਥ ਨੂੰ ਅਟਰੈਕਟ ਕਰੂ, ਫਿਰ ਇੱਕ ਸਾਊਥ ਦੂਜੇ ਨਾਰਥ ਨੂੰ ਅਟਰੈਕਟ ਕਰੂ। ਇਸੇ ਤਰ੍ਹਾਂ ਉਹ ਜਦੋਂ ਇੱਕ ਦੂਜੇ ਨੂੰ ਅਟਰੈਕਟ ਕਰ ਰਿਹਾ, ਆਪਾਂ ਐਰੋ ਦੇ ਨਾਲ ਇੱਥੇ ਇਹੀ ਰਿਪਰਜੈਂਟ ਕਰ ਰਹੇ ਹਾਂ ਕਿ ਇੱਕ ਪੁਆਇੰਟ ਤੋਂ ਸ਼ੁਰੂ ਹੋ ਕੇ ਦੂਜੇ ਐਂਡ ਦੇ ਉੱਪਰ ਖਤਮ, ਇੱਕ ਤੋਂ ਸ਼ੁਰੂ ਹੋ ਕੇ ਦੂਜੇ ਦੇ ਉੱਪਰ ਖਤਮ। ਤਾਂ ਹੁਣ ਇੱਕ ਆਪਣੇ ਕੋਲ ਕਿਹੜਾ ਪੋਲ ਹੋ ਜਾਊਗਾ, ਨਾਰਥ, ਇੱਕ ਆਪਣੇ ਕੋਲ ਹੋ ਗਿਆ ਸਾਊਥ। ਤਾਂ ਇਸੇ ਤਰ੍ਹਾਂ ਫਿਰ ਇੱਥੇ ਆਪਣੇ ਕੋਲ ਹੋ ਜਾਊਗਾ ਨਾਰਥ ਸਾਊਥ, ਫਿਰ ਇੱਥੇ ਆਪਣੇ ਕੋਲ ਕਿਹੜਾ ਹੋ ਗਿਆ, ਨਾਰਥ ਅਤੇ ਸਾਊਥ। ਉਹ ਇੱਕ ਦੂਜੇ ਦੇ ਇਫੈਕਟ ਨੂੰ ਕੀ ਕਰਨਗੇ, ਕੈਂਸਲ ਕਰ ਦੇਣਗੇ। ਜਦੋਂ ਉਹਨਾਂ ਨੇ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਕਰਤਾ ਤਾਂ ਆਪਾਂ ਨੂੰ
ਜਿਹੜੀ ਮੈਗਨੈਟਿਕ ਮੂਵਮੈਂਟ ਆ ਉਹ ਕੀ ਆ, ਉੱਥੇ ਕੁਝ ਵੀ ਐਗਜ਼ਿਸਟ ਨਹੀਂ ਕਰੂਗੀ, ਉਹ ਅਨਮੈਗਨੇਟਾਈਜ਼ਡ ਹੋਣਗੇ, ਮੈਗਨੇਟਾਈਜੇਸ਼ਨ ਦੀ ਵੈਲਿਊ ਉੱਥੇ 0 ਹੋ ਜਾਊਗੀ, ਕਿਉਂਕਿ ਉਹਨਾਂ ਨੇ ਇੱਕ ਦੂਜੇ ਦੇ ਇਫੈਕਟ ਨੂੰ ਨਿਊਟਰਲ ਕਰਤਾ, ਕੈਂਸਲ ਕਰਤਾ, ਤਾਂ ਇਸੇ ਕਰਕੇ ਮੈਗਨੇਟਿਜ਼ਮ ਕੀ ਹੋ ਗਿਆ 0। ਬਟ ਜੇ ਹੁਣ ਆਪਾਂ ਬਾਰ ਮੈਗਨੇਟ ਦੇ ਵਿੱਚ ਦੇਖੀਏ ਤਾਂ ਜਿਹੜੀ ਮੋਲੀਕੂਲਰ ਮੈਗਨੇਟਸ ਨੇ ਉਹ ਕੀ ਕਰਦੇ ਨੇ, ਸੇਮ ਡਾਇਰੈਕਸ਼ਨ ਦੇ ਵਿੱਚ ਉਹਨਾਂ ਨੇ ਅਲਾਈਨਮੈਂਟ ਕੀਤੀ ਹੋਈ ਆ ਕਿ ਜਿਹੜੇ ਸਾਰੇ ਮੋਲੀਕੂਲਰ ਮੈਗਨੇਟਸ ਦਾ ਨਾਰਥ ਪੋਲ ਆ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਆ ਅਤੇ ਸਾਊਥ ਪੋਲ ਇੱਕ ਡਾਇਰੈਕਸ਼ਨ ਦੇ ਵਿੱਚ ਆ। ਤਾਂ ਇਸੇ ਡਾਇਗਰਾਮ ਦੇ ਵਿੱਚ ਦੇਖੋ, ਇੱਧਰ ਆਪਾਂ ਸਾਊਥ ਪੋਲ ਸ਼ੋ ਕੀਤਾ ਹੋਇਆ, ਇੱਧਰ ਆਪਣੇ ਕੋਲ ਕੀ ਆ ਨਾਰਥ ਪੋਲ, ਕਿ ਸਾਊਥ ਪੋਲ ਤੋਂ ਜਿਹੜੀਆਂ ਮੈਗਨੈਟਿਕ ਲਾਈਨਸ ਨੇ ਉਹ ਬਾਹਰ ਨਿਕਲ ਰਹੀਆਂ ਨੇ ਅਤੇ ਨਾਰਥ ਦੇ ਉੱਪਰ ਜਾ ਕੇ ਖਤਮ ਹੋ ਰਹੀਆਂ ਨੇ। ਤਾਂ ਹੁਣ ਇਸੇ ਕਰਕੇ ਇੱਕ ਪਰਟੀਕੂਲਰ ਡਾਇਰੈਕਸ਼ਨ ਹੋਣ ਦੇ ਕਾਰਨ ਇੱਕ ਐਂਡ ਨਾਰਥ ਦੀ ਤਰ੍ਹਾਂ ਐਕਟ ਕਰ ਗਿਆ ਅਤੇ ਇੱਕ ਐਂਡ ਸਾਊਥ ਦੀ ਤਰ੍ਹਾਂ ਐਕਟ ਕਰ ਗਿਆ। ਤਾਂ ਹੁਣ ਦੋਨੋਂ ਡਿਫਰੈਂਸ ਦੇ ਆਪਾਂ ਦੇਖਿਆ ਕਿ ਮੈਗਨੇਟਾਈਜ਼ ਅਤੇ ਅਨਮੈਗਨੇਟਾਈਜ਼ਡ ਸਬਸਟੈਂਸ ਦੇ ਵਿੱਚ ਕੀ ਡਿਫਰੈਂਸ ਆ ਗਿਆ, ਕਿ ਜਿਹੜੇ ਮੋਲੀਕਿਊਲ ਮੈਗਨੇਟਸ ਨੇ ਉਹਦੇ ਅੰਦਰ ਮੋਲੀਕੂਲਰ ਮੈਗਨੇਟਸ, ਇਹਨਾਂ ਦੀ ਅਰੇਂਜਮੈਂਟ ਕਿਵੇਂ ਦੀ ਆ, ਆਪਾਂ ਉਹਨਾਂ ਦੀ ਅਲਾਈਨਮੈਂਟ ਕਿਵੇਂ ਕੀਤੀ ਹੋਈ ਆ। ਤਾਂ ਐਂਪੀਅਰ ਨੇ ਕੀ ਸੁਜੈਸਟ ਕੀਤਾ ਸੀਗਾ ਕਿ ਜਿਹੜੇ ਛੋਟੇ ਛੋਟੇ ਐਲੀਮੈਂਟਰੀ ਐਟੋਮਿਕ ਮੈਗਨੇਟਸ ਨੇ ਕਿਸੇ ਵੀ ਮੈਗਨੈਟਿਕ ਸਬਸਟੈਂਸ ਦੇ ਅੰਦਰ, ਉਹ ਕੀ ਨੇ ਆਪਣੇ ਕੋਲ ਵਰ ਟਾਈਨੀ ਸਰਕੂਲੇਟਿੰਗ ਕਰੰਟ ਲੂਪਸ, ਕਿ ਛੋਟੇ ਛੋਟੇ ਕਰੰਟ ਲੂਪ ਜਿਹੜੇ ਸਰਕੂਲੇਟ ਕਰਦੇ ਨੇ, ਰਿਵੋਲਵ ਕਰ ਰਹੇ ਨੇ ਇੱਥੇ, ਉਹਨਾਂ ਦੀ ਤਰ੍ਹਾਂ ਐਕਟ ਕਰਦੇ ਆ। ਤਾਂ ਹੁਣ ਨੈਕਸਟ ਆਪਣੇ ਕੋਲ ਕੀ ਆ ਕਿ ਜਿਹੜੇ ਐਟੋਮਿਕ ਮੈਗਨੇਟਿਜ਼ਮ ਆ ਉਹ ਕੀ ਹੈ, ਇਲੈਕਟ੍ਰੀਕਲ ਓਰੀਜਨ ਦਾ ਹੁੰਦਾ ਹੈ, ਅਤੇ ਜਿਹੜਾ ਜ਼ਿਆਦਾ ਪਾਰਟ ਆ ਐਟੋਮਿਕ ਮੈਗਨੇਟਿਜ਼ਮ ਦਾ ਉਹ ਕਿਹਦੇ ਦੁਆਰਾ ਕੰਟਰੀਬਿਊਟ ਕੀਤਾ ਜਾਂਦਾ ਹੈ, ਸਪਿਨਿੰਗ ਮੋਸ਼ਨ ਆਫ ਇਲੈਕਟ੍ਰੋਨਸ ਰੈਦਰ ਦੈਨ ਦੇਅਰ ਆਰਬਿਟਲ ਮੋਸ਼ਨ, ਕਿ ਇੱਕ ਤਾਂ ਉਹਨਾਂ ਨੇ ਆਰਬਿਟ ਦੇ ਵਿੱਚ ਰਿਵੋਲਵ ਕਰਨਾ। ਨੈਕਸਟ ਕੀ ਹੋ ਜਾਊ ਕਿ ਸਪਿਨਿੰਗ, ਹੁਣ ਜਿਵੇਂ ਅਸੀਂ ਕੈਮਿਸਟਰੀ ਦੇ ਵਿੱਚ ਕਰਦੇ ਹਾਂ, ਸਪਿਨ ਮੋਸ਼ਨ ਕਿਹੜਾ ਹੁੰਦਾ ਕਿ ਇੱਕ ਅਪਵਰਡ ਦੇ ਵਿੱਚ ਹੁੰਦਾ ਅਤੇ ਇੱਕ ਡਾਊਨਵਰਡ ਦੇ ਵਿੱਚ ਹੁੰਦਾ ਹੈ। ਤਾਂ ਉਹਦੀ ਸਪਿਨ ਮੂਵਮੈਂਟ ਕਿੰਨੀ ਹੋ ਜਾਂਦੀ ਹੈ, ਇੱਕ ਪੋਜ਼ੀਟਿਵ ਦੇ ਵਿੱਚ ਹੁੰਦੀ ਹੈ ਅਤੇ ਇੱਕ ਮਾਈਨਸ ਦੇ ਵਿੱਚ ਹੁੰਦੀ ਹੈ। ਤਾਂ ਇਸੇ ਕਰਕੇ ਜਿਹੜਾ ਐਟੋਮਿਕ ਮੈਗਨੇਟਿਜ਼ਮ ਦਾ ਜ਼ਿਆਦਾ ਪਾਰਟ ਆ ਉਹ ਕਿਹਦੇ ਕਰਕੇ ਆਉਂਦਾ, ਇਹਦੇ ਸਪਿਨਿੰਗ ਮੋਸ਼ਨ ਦੇ ਕਰਕੇ। ਨੈਕਸਟ ਹੈ ਕੂਲਮਜ਼ ਲਾਅ ਇਨ ਮੈਗਨੇਟਿਜ਼ਮ। ਕੂਲਮਜ਼ ਨੇ ਦੋ ਮੈਗਨੈਟਿਕ ਪੋਲਸ ਦੇ ਵਿਚਕਾਰ ਜਿਹੜਾ ਫੋਰਸ ਲੱਗ ਰਿਹਾ ਸੀਗਾ ਉਹਨੂੰ ਕਿਵੇਂ ਕੈਲਕੂਲੇਟ ਕੀਤਾ, ਉਹਦੇ ਲਈ ਕਿਹੜਾ ਲਾਅ ਬਣਾਇਆ। ਤਾਂ ਹੁਣ ਇਹਦੇ ਲਈ ਕੀ ਹੈ, ਦੋ ਮੈਗਨੈਟਿਕ ਪੋਲਸ ਨੇ ਆਪਣੇ ਕੋਲ ਸਪੋਜ਼ ਕਰਕੇ ਚੱਲਦੇ ਆ, ਜਿਨ੍ਹਾਂ ਦੀ ਸਟਰੈਂਥ ਦੀ ਵੈਲਿਊ ਕਿੰਨੀ ਹੈ ਆਪਣੇ ਕੋਲ m1, ਨੈਕਸਟ ਕਿੰਨੀ ਹੈ m2। ਦੋਨੋਂ ਪੋਲਸ ਨੂੰ ਆਪਾਂ ਕਿੰਨੀ ਡਿਸਟੈਂਸ ਦੇ ਨਾਲ ਸੈਪਰੇਟ ਕੀਤਾ ਹੋਇਆ r ਦੇ ਨਾਲ, ਅਤੇ ਉਹਨਾਂ ਦੇ ਵਿਚਕਾਰ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ, ਕਿ ਦੋਨੋਂ ਪੋਲਸ ਲਾਈਕ ਪੋਲ ਜਾਂ ਅਨਲਾਈਕ ਪੋਲਸ ਦਿੱਤੇ ਹੋਏ, ਉਹਨਾਂ ਦੇ ਉੱਪਰ ਡਿਪੈਂਡ ਕਰਦਾ ਕਿ ਅਟਰੈਕਸ਼ਨ ਹੋਊਗੀ ਜਾਂ ਰਿਪਲਸ਼ਨ ਹੋਊਗੀ। ਤਾਂ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਕਿਹਦੇ ਹੋਊਗਾ, ਦੋਨੋਂ ਪੋਲ ਸਟਰੈਂਥ ਦੇ m1 ਅਤੇ m2, ਅਤੇ ਇਨਵਰਸਲੀ ਕਿਹਦੇ ਡਿਪੈਂਡ ਕਰੂਗਾ, ਸਕੁਅਰ ਆਫ ਦੀ ਡਿਸਟੈਂਸ ਬਿਟਵੀਨ ਦੈਮ ਅਪੋਨ r ਸਕੁਅਰ। ਤਾਂ ਨੈਟ ਰਿਜ਼ਲਟ ਕੀ ਬਣ ਗਿਆ, f ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ m1 m2 ਅਪੋਨ r ਸਕੁਅਰ। ਫਿਰ ਪ੍ਰਪੋਰਸ਼ਨੈਲਿਟੀ ਦੇ ਸਾਈਨ ਨੂੰ ਹਟਾ ਕੇ ਇੱਕ ਕੌਨਸਟੈਂਟ ਇੰਟਰੋਡਿਊਸ ਕਰਵਾਇਆ ਆਪਾਂ, ਉਹ ਕਿੰਨਾ ਹੈ k। ਤਾਂ f ਇਜ਼ ਇਕੁਅਲ ਟੂ k m1 m2 ਅਪੋਨ r ਸਕੁਅਰ। ਤਾਂ k ਦੀ ਵੈਲਿਊ ਆਪਣੇ ਕੋਲ ਕਿੰਨੀ ਆ, μ0 ਅਪੋਨ 4 ਪਾਈ ਇਜ਼ ਇਕੁਅਲ ਟੂ 10⁻⁻7 ਵੈਬਰ ਪਰ ਐਂਪੀਅਰ ਪਰ ਮੀਟਰ। ਵੈਲਿਊ ਪੁੱਟ ਕਰ ਦਿਓ μ0 ਅਪੋਨ 4 ਪਾਈ, ਤਾਂ f ਕਿਹਦੇ ਇਕੁਅਲ ਆ ਗਿਆ μ0 ਅਪੋਨ 4 ਪਾਈ m1 m2 ਅਪੋਨ r ਸਕੁਅਰ। ਬਟ μ0 ਅਪੋਨ 4 ਪਾਈ ਕਿਹਦੇ ਇਕੁਅਲ ਹੁੰਦਾ 10⁻⁻7। μ0 ਆਪਣੇ ਕੋਲ ਕੀ ਆ, ਐਬਸੋਲਿਊਟ ਪਰਮੇਬਿਲਿਟੀ। ਨੈਕਸਟ ਹੈ ਨਾ ਆਪਣੇ ਕੋਲ ਮੈਗਨੈਟਿਕ ਪੋਲ ਸਟਰੈਂਥ ਦੀ ਆਪਾਂ ਯੂਨਿਟ ਫਾਈਂਡ ਕਰਨੀ ਆ। ਹੁਣ m1 m2 ਨੂੰ ਆਪਾਂ ਸਪੋਜ਼ ਕਰਦੇ ਹਾਂ ਕਿ m ਦੇ ਇਕੁਅਲ ਆ, ਅਤੇ ਜਿਹੜੀ ਡਿਸਟੈਂਸ ਆ r ਉਹ ਕਿੰਨੀ ਆ 1 ਮੀਟਰ, ਅਤੇ ਫੋਰਸ ਕਿੰਨਾ ਉੱਥੇ ਲੱਗ ਰਿਹਾ 10⁻⁻7 ਮੀਟਰ। ਤਾਂ ਹੁਣ ਇਹਨੂੰ ਇਕੁਅਲ ਰੱਖ ਕੇ ਵੈਲਿਊਜ਼ ਪੁੱਟ ਕਰੋ, ਤਾਂ ਦੇਖੋ ਆਪਣੇ ਕੋਲ 10⁻⁻7 ਇੱਧਰ ਕੱਟ ਹੋ ਗਿਆ, m ਸਕੁਅਰ ਕਿਹਦੇ ਇਕੁਅਲ ਆ ਗਿਆ 1। ਤਾਂ m ਦੀਆਂ ਦੋ ਵੈਲਿਊਜ਼ ਨੇ +-1। ਨੈਕਸਟ ਹੁਣ ਆਪਣੇ ਕੋਲ ਹੈ ਮੈਗਨੈਟਿਕ ਡਾਈਪੋਲ ਐਂਡ ਮੈਗਨੈਟਿਕ ਡਾਈਪੋਲ ਮੂਵਮੈਂਟ। ਬਾਰ ਮੈਗਨੇਟ ਦੇ ਆਪਣੇ ਕੋਲ ਦੋ ਮੈਗਨੈਟਿਕ ਪੋਲ ਸੀ, ਤਾਂ ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਕਈ ਵਾਰੀ, ਇਸ ਬਾਰ ਮੈਗਨੇਟ ਨੂੰ ਮੈਗਨੈਟਿਕ ਡਾਈਪੋਲ ਵੀ ਕਹਿ ਦਿੰਦੇ ਆ। ਤਾਂ ਮੈਗਨੈਟਿਕ ਡਾਈਪੋਲ ਕੀ ਆ ਕਿ ਦੋ ਮੈਗਨੈਟਿਕ ਪੋਲਸ ਜਿਨ੍ਹਾਂ ਦੀ ਇਕੁਅਲ ਅਤੇ ਆਪੋਜ਼ਿਟ ਸਟਰੈਂਥ ਹੋਊਗੀ, ਉਹਨਾਂ ਨੂੰ ਕਿਸੇ ਫਾਈਨਾਈਟ ਇੱਕ ਪਰਟੀਕੂਲਰ ਡਿਸਟੈਂਸ ਦੇ ਨਾਲ ਆਪਾਂ ਸੈਪਰੇਟ ਕੀਤਾ ਹੋਇਆ, ਤਾਂ ਉਹ ਅਰੇਂਜਮੈਂਟ ਆਪਣੇ ਕੋਲ ਕੀ ਹੁੰਦਾ ਹੈ, ਮੈਗਨੈਟਿਕ ਡਾਈਪੋਲ। ਨੈਕਸਟ ਵਿੱਚ ਦੇਖੋ ਹੁਣ ਆਪਣੇ ਕੋਲ ਕਿ ਮੈਗਨੈਟਿਕ ਡਾਈਪੋਲ ਦੇ ਜਿਹੜੇ ਦੋ ਪੋਲਸ ਨੇ, ਇੱਕ ਨਾਰਥ ਹੋ ਗਿਆ ਅਤੇ ਇੱਕ ਸਾਊਥ ਹੋ ਗਿਆ, ਉਹਨਾਂ ਦੀ ਹਮੇਸ਼ਾ ਹੀ ਸਟਰੈਂਥ ਇਕੁਅਲ ਹੋਊਗੀ ਅਤੇ ਆਪੋਜ਼ਿਟ ਹੋਊਗੀ। ਅਤੇ ਮੈਗਨੈਟਿਕ ਪੋਲਸ ਹਮੇਸ਼ਾ ਹੀ ਪੇਅਰ ਦੇ ਵਿੱਚ ਐਗਜ਼ਿਸਟ ਕਰਦੇ, ਕਿ ਜੇ ਆਪਾਂ ਉਹਨਾਂ ਨੂੰ ਕੱਟ ਕਰਾਂਗੇ ਤਾਂ ਵੀ ਆਪਣੇ ਕੋਲ ਦੋ ਪੋਲ ਆਉਣਗੇ, ਨਾਰਥ ਅਤੇ ਸਾਊਥ, ਕਿ ਆਈਸੋਲੇਟਡ ਮਤਲਬ ਇਕੱਲਾ ਨਾਰਥ ਜਾਂ ਇਕੱਲਾ ਸਾਊਥ ਐਗਜ਼ਿਸਟ ਨਹੀਂ ਕਰਦਾ। ਨੈਕਸਟ ਹੈ ਮੈਗਨੈਟਿਕ ਲੈਂਥ, ਕਿ ਦੋ ਪੋਲਸ ਦੇ ਵਿਚਕਾਰ ਜਿਹੜੀ ਡਿਸਟੈਂਸ ਦਿੱਤੀ ਹੋਈ ਆ ਉਹ ਆਪਣੇ ਕੋਲ ਕੀ ਹੋ ਜੂਗੀ ਉਸ ਬਾਰ ਮੈਗਨੇਟ ਦੇ ਲਈ, ਮੈਗਨੈਟਿਕ ਲੈਂਥ। ਅਤੇ ਮੈਗਨੈਟਿਕ ਲੈਂਥ ਆਪਣੇ ਕੋਲ ਇੱਕ ਵੈਕਟਰ ਹੈ ਕਿ ਸਾਊਥ ਤੋਂ ਨਾਰਥ ਵੱਲ ਉਹਨੇ ਆਪਾਂ ਨੂੰ ਸ਼ੋਅ ਕੀਤਾ ਹੋਇਆ ਕਿ ਕਿਵੇਂ ਰਿਪਰਜੈਂਟ ਕਰਨਾ ਹੈ। ਤਾਂ ਸਾਊਥ ਤੋਂ ਨਾਰਥ ਤੱਕ ਕਰ ਰਿਹਾ ਐਕਟ, ਤਾਂ ਉਹਨੂੰ ਆਪਾਂ ਕੀ ਵੈਕਟਰ ਲੈ ਕੇ ਚੱਲਦੇ ਹਾਂ, ਤਾਂ ਇਹਦੀ ਡਿਸਟੈਂਸ ਕਿੰਨੀ ਹੋ ਜੂਗੀ 2l। ਜਿਵੇਂ ਆਪਾਂ ਇਲੈਕਟ੍ਰਿਕ ਡਾਈਪੋਲ ਦੇ ਵਿੱਚ ਪੜ੍ਹਿਆ ਸੀਗਾ, ਉਹਦੇ ਵਿੱਚ ਆਪਣੇ ਕੋਲ ਕਿੰਨਾ ਆ ਰਿਹਾ ਸੀਗਾ ਕਿ ਇਲੈਕਟ੍ਰਿਕ ਡਾਈਪੋਲ ਦੇ ਵਿੱਚ ਇੱਕ ਚਾਰਜ ਸੀਗਾ Q, ਇੱਕ ਸੀਗਾ ਆਪਣੇ ਕੋਲ -Q।
ਦੋਨਾਂ ਦੇ ਵਿਚਕਾਰ ਡਿਸਟੈਂਸ ਆਪਾਂ ਕਿੰਨੀ ਲਈ ਸੀਗੀ 2a। ਉਵੇਂ ਹੀ ਇੱਥੇ ਆਪਣੇ ਕੋਲ ਕੀ ਆ m ਕੀ ਹੋ ਜੂਗੀ ਉਹਦੀ ਮੈਗਨੈਟਿਕ ਸਟਰੈਂਥ, ਐਂਡਸ ਕਿਹੜੇ ਹੋ ਗਏ ਪੋਲਸ ਨਾਰਥ ਐਂਡ ਸਾਊਥ, ਕਿੰਨੀ ਡਿਸਟੈਂਸ ਦੇ ਨਾਲ ਸੈਪਰੇਟ ਕੀਤਾ ਹੋਇਆ ਆਪਾਂ ਉਹਨਾਂ ਨੂੰ 2l। ਸਾਊਥ ਤੋਂ ਹਮੇਸ਼ਾ ਹੀ ਜਿਹੜੀ ਮੈਗਨੈਟਿਕ ਲਾਈਨਸ ਨੇ ਉਹ ਕਿੱਧਰ ਤੱਕ ਜਾਂਦੇ ਨੇ ਨਾਰਥ ਵੱਲ, ਕਿ ਨਾਰਥ 'ਤੇ ਜਾ ਕੇ ਖਤਮ ਹੁੰਦੀਆਂ ਨੇ, ਤਾਂ ਹੀ ਆਪਾਂ ਇੱਧਰ ਸ਼ੋਅ ਕੀਤਾ ਹੋਇਆ m ਆਪਣੇ ਕੋਲ ਕੀ ਹੋ ਜੂਗੀ ਉਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ। ਹੁਣ ਜੇ ਆਪਾਂ ਕਿਸੇ ਵੀ ਪੋਲ ਦੀ ਸਟਰੈਂਥ ਚਾਹੇ ਨਾਰਥ ਦੀ ਗੱਲ ਕਰੀਏ ਚਾਹੇ ਆਪਾਂ ਸਾਊਥ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਟਰੈਂਥ ਕਿੰਨੀ ਆ m, ਤਾਂ ਉਹਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਨੀ, ਆਪਾਂ ਪ੍ਰੋਡਕਟ ਲੈ ਕੇ ਚੱਲਣਾ ਹੈ ਕਿੰਨੀ ਉਹਨਾਂ ਦੀ ਮੈਗਨੈਟਿਕ ਲੈਂਥ ਆ, ਮੈਗਨੈਟਿਕ ਲੈਂਥ ਦੀ ਵੈਲਿਊ ਕਿੰਨੀ ਆ 2l, ਤਾਂ ਉਹ ਆਪਣੇ ਕੋਲ ਕੀ ਹੋ ਜਾਊਗਾ ਮੈਗਨੈਟਿਕ ਡਾਈਪੋਲ ਮੂਵਮੈਂਟ। ਤਾਂ ਇਹ ਆਪਣੇ ਕੋਲ ਕੀ ਇੱਕ ਵੈਕਟਰ ਕੁਆਂਟੀਟੀ ਆ, ਰਿਪਰੈਜ਼ੈਂਟ ਕਿਹਦੇ ਨਾਲ ਕਰਨਾ ਆਪਾਂ ਇਹਨੂੰ m ਦੇ ਨਾਲ, ਤੇ ਇਹਦੀ ਡਾਇਰੈਕਸ਼ਨ ਵੀ ਸੇਮ ਹੁੰਦੀ ਹੈ ਜਿਵੇਂ ਆਪਾਂ 2l ਮਤਲਬ ਸਾਊਥ ਤੋਂ ਨਾਰਥ ਪੋਲ। ਤਾਂ ਇਸੇ ਕਰਕੇ m ਕਿਹਦਾ ਇਕੁਅਲ ਹੋ ਗਿਆ, ਸਟਰੈਂਥ ਕਿੰਨੀ ਹੋ ਗਈ ਦੋਨਾਂ ਦੇ ਵਿੱਚੋਂ ਇੱਕ ਲੈਣੀ ਆਪਾਂ m, ਡਿਸਟੈਂਸ ਕਿੰਨੀ ਸੀ 2l, ਤਾਂ ਯੂਨਿਟਸ ਕੀ ਨੇ ਐਂਪੀਅਰ ਮੀਟਰ ਸਕੁਅਰ। ਨੈਕਸਟ ਹੈ ਕਰੰਟ ਲੂਪ ਐਜ਼ ਅ ਮੈਗਨੈਟਿਕ ਡਾਈਪੋਲ। ਕੋਈ ਵੀ ਇੱਕ ਸਰਕੂਲਰ ਕੁਆਇਲ ਦਿੱਤੀ ਹੋਈ ਆ ਆਪਾਂ ਨੂੰ ਜਿਹਦੇ ਵਿੱਚੋਂ ਆਪਾਂ ਕਰੰਟ I ਪਾਸ ਕਰ ਰਹੇ ਹਾਂ, ਤੇ ਕਰੰਟ ਪਾਸ ਕਿਵੇਂ ਕਰ ਰਿਹਾ ਹੈ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ। ਜਿਹੜੀ ਮੈਗਨੈਟਿਕ ਫੀਲਡ ਲਾਈਨਸ ਨੇ ਹਰੇਕ ਐਲੀਮੈਂਟਰੀ ਪੋਰਸ਼ਨ ਦੇ ਕਰਕੇ ਕਿ ਜਿਹੜੀ ਆਪਾਂ ਨੂੰ ਸਰਕੂਲਰ ਕੁਆਇਲ ਦਿੱਤੀ ਹੋਈ ਸੀਗੀ, ਤਾਂ ਉਹ ਆਪਾਂ ਕਿਵੇਂ ਨੋਟ ਕਰਦੇ ਕਿ ਕਿਵੇਂ ਦੀ ਸ਼ੇਪ ਆ ਰਹੀ ਆ ਮੈਗਨੈਟਿਕ ਫੀਲਡ ਲਾਈਨਸ ਦੀ, ਤਾਂ ਉਹ ਆਲਮੋਸਟ ਸਟ੍ਰੇਟ ਹੋਊਗਾ। ਜਿਵੇਂ ਆਪਾਂ ਇਹਦੇ ਸੈਂਟਰ ਤੋਂ ਦੇਖੀਏ ਤਾਂ ਇੱਥੇ ਆਪਾਂ ਨੂੰ ਕਿਵੇਂ ਸ਼ੋ ਹੋ ਰਹੀ ਹੈ ਕਿ ਇੱਕ ਸਟ੍ਰੇਟ ਲਾਈਨ ਆ ਰਹੀ ਆ, ਬਟ ਜਿਵੇਂ ਬਾਇਟ-ਸੇਵਰਸ ਲਾਅ ਤੋਂ ਆਪਾਂ ਨੋਟ ਕਰਦੇ ਹਾਂ ਕਿ ਮੈਗਨੈਟਿਕ ਫੀਲਡ ਲਾਈਨਸ ਨੇ ਉਹ ਆਪਾਂ ਨੂੰ ਕਿਵੇਂ ਸ਼ੋ ਹੁੰਦੀਆਂ ਨੇ ਕਿ ਕੁਆਇਲ ਦਾ ਜਿਹੜਾ ਲੋਅਰ ਫੇਸ ਆ ਉਹਦੇ 'ਤੇ ਆਪਾਂ ਨੂੰ ਸ਼ੋ ਹੁੰਦੀਆਂ ਹੈ ਕਿ ਉਹ ਉਹਦੇ ਅੰਦਰ ਐਂਟਰ ਕਰ ਰਹੀਆਂ ਨੇ, ਤੇ ਜਿਹੜਾ ਅਪਰ ਫੇਸ ਆ ਉੱਥੋਂ ਸ਼ੋ ਹੁੰਦੀਆਂ ਨੇ ਕਿ ਉਹਨੂੰ ਲੀਵ ਕਰ ਰਹੀਆਂ ਨੇ, ਬਾਹਰ ਨਿਕਲ ਰਹੀਆਂ ਨੇ। ਇਸੇ ਕਰਕੇ ਕੁਆਇਲ ਦਾ ਜਿਹੜਾ ਲੋਅਰ ਫੇਸ ਹੋਊਗਾ ਉਹਨੇ ਕਿਵੇਂ ਐਕਟ ਕਰਨਾ, ਜਿੱਥੋਂ ਮੈਗਨੈਟਿਕ ਫੀਲਡ ਲਾਈਨਸ ਐਂਟਰ ਕਰਦੀਆਂ ਨੇ ਸਾਊਥ ਪੋਲ ਦੀ ਤਰ੍ਹਾਂ, ਤੇ ਜਿਹੜਾ ਅਪਰ ਫੇਸ ਆ ਜਿੱਥੋਂ ਮੈਗਨੈਟਿਕ ਫੀਲਡ ਲਾਈਨਸ ਬਾਹਰ ਨਿਕਲਦੀਆਂ ਨੇ ਉਹਨੂੰ ਲੀਵ ਕਰ ਰਹੀਆਂ ਨੇ, ਉਹਨਾਂ ਨੇ ਕਿਵੇਂ ਐਕਟ ਕਰਨਾ ਹੈ ਨਾਰਥ ਪੋਲ ਦੀ ਤਰ੍ਹਾਂ। ਸਾਰੇ ਇੱਥੋਂ ਕੀ ਐਂਟਰ ਕਰ ਰਹੇ ਆ, ਤਾਂ ਇਹ ਆਪਣੇ ਕੋਲੇ ਕਿਵੇਂ ਹੋ ਜਾਊਗਾ ਸਾਊਥ ਪੋਲ ਦੀ ਤਰ੍ਹਾਂ। ਹੁਣ ਇਸੇ ਕਰਕੇ ਆਪਾਂ ਕੀ ਨੋਟ ਕਰਦੇ ਹਾਂ ਕਿ ਮੈਗਨੈਟਿਕ ਡਾਈਪੋਲ ਮੂਵਮੈਂਟ ਆ ਜਿਹੜੀ ਕਰੰਟ ਲੂਪ ਦੀ ਉਹ ਕਿਹਨਾਂ ਦੇ ਉੱਪਰ ਡਿਪੈਂਡ ਕਰਦੀ ਆ, ਤਾਂ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗੀ ਕਿ ਕਿੰਨਾ ਕਰੰਟ ਉਸ ਲੂਪ ਦੇ ਵਿੱਚੋਂ ਪਾਸ ਹੋ ਰਿਹਾ, ਉਸ ਕਰੰਟ ਲੂਪ ਦਾ ਏਰੀਆ ਕਿੰਨਾ ਹੈ, ਤਾਂ ਉਹਨਾਂ ਨੂੰ ਇਕੱਠਾ ਕਰ ਦਿਓ, ਕੰਬਾਈਨ ਕਰ ਦਿਓ। m ਡਾਇਰੈਕਟਲੀ ਪ੍ਰਪੋਰਸ਼ਨਲ ਕਿਹਦੇ ਹੋ ਗਿਆ I a ਦੇ, ਤਾਂ ਪ੍ਰਪੋਰਸ਼ਨੈਲਿਟੀ ਦੇ ਸਾਈਨ ਨੂੰ ਹਟਾ ਕੇ ਇਕੁਅਲ ਟੂ ਦਾ ਸਾਈਨ ਕੌਨਸਟੈਂਟ ਕਿਹੜਾ ਆ ਗਿਆ ਇੱਥੇ k, ਤਾਂ ਕੌਨਸਟੈਂਟ ਆਫ ਪ੍ਰਪੋਰਸ਼ਨੈਲਿਟੀ ਦੀ ਵੈਲਿਊ ਆਪਾਂ ਕਿੰਨੀ ਫਾਈਂਡ ਕੀਤੀ, ਇਹਦੇ ਵਿੱਚ 1 ਦੇ ਇਕੁਅਲ ਆਉਂਦਾ ਜਦੋਂ ਆਪਾਂ ਜਿਹੜਾ ਕਰੰਟ ਪਾਸ ਕਰ ਰਹੇ ਹਾਂ ਉਹ ਐਂਪੀਅਰ ਆ ਤੇ ਏਰੀਆ ਕਿੰਨਾ ਮੀਟਰ ਸਕੁਅਰ, ਤਾਂ ਮੈਗਨੈਟਿਕ ਡਾਈਪੋਲ ਮੂਵਮੈਂਟ ਕਿੰਨੀ ਹੋ ਜਾਊਗੀ ਐਂਪੀਅਰ ਮੀਟਰ ਸਕੁਅਰ। ਹੁਣ ਅਪਰ ਫੇਸ ਦਾ ਜਿਹੜਾ ਕਰੰਟ ਲੂਪ ਦਾ ਉਹ ਨਾਰਥ ਪੋਲ ਦੀ ਤਰ੍ਹਾਂ ਬਿਹੇਵ ਕਰਦਾ ਤੇ ਲੋਅਰ ਫੇਸ ਸਾਊਥ ਪੋਲ ਦੀ ਤਰ੍ਹਾਂ, ਤੇ ਇਸੇ ਕਰਕੇ ਜਿਹੜੀ ਮੈਗਨੈਟਿਕ ਡਾਈਪੋਲ ਮੂਵਮੈਂਟ ਵੈਕਟਰ m ਆ ਉਹਨੇ ਕਿਵੇਂ ਐਕਟ ਕਰਨਾ ਹੈ ਪਰਪੈਂਡੀਕੂਲਰ ਟੂ ਦੀ ਪਲੇਨ ਆਫ ਦੀ ਕਰੰਟ ਲੂਪ, ਕੇ ਜਿਹੜੀ ਡਾਇਰੈਕਸ਼ਨ 'ਚ ਕਰੰਟ ਪਾਸ ਹੋ ਰਿਹਾ ਸੀ ਉਹਦੇ ਪਰਪੈਂਡੀਕੂਲਰ ਐਕਟ ਕਰਨਾ ਹੈ ਮੈਗਨੈਟਿਕ ਡਾਈਪੋਲ ਮੂਵਮੈਂਟ ਨੇ, ਤੇ ਹਮੇਸ਼ਾ ਹੀ ਅਪਵਰਡ ਡਾਇਰੈਕਸ਼ਨ 'ਚ ਐਕਟ ਕਰਦਾ। ਹੁਣ ਇਹ ਆਪਣੇ ਕੋਲ ਏਰੀਆ ਵੈਕਟਰ ਆ ਕਿ ਉਸ ਕਰੰਟ ਲੂਪ ਦਾ ਏਰੀਆ ਰਿਪਰੈਜ਼ੈਂਟ ਕਰਦਾ, ਤਾਂ m ਆਪਣੇ ਕੋਲ ਜੇ ਵੈਕਟਰ ਦੇ ਵਿੱਚ ਲਿਖਣਾ ਤਾਂ m ਕਿਹਦੇ ਇਕੁਅਲ ਹੋ ਗਿਆ I a। ਜੇ ਹੁਣ ਇਸ ਕੁਆਇਲ ਦੇ n ਨੰਬਰ ਆਫ ਟਰਨਸ ਹੋਣਗੇ, ਹਾਲੇ ਆਪਾਂ ਸਿਰਫ ਇੱਦਾਂ ਕਿਹਾ ਸੀਗਾ ਕਿ ਇੱਕ ਸਰਕੂਲਰ ਕੁਆਇਲ ਦਿੱਤੀ ਹੋਈ ਆ, ਜੇ ਹੁਣ ਇਹਦੇ n ਨੰਬਰ ਆਫ ਟਰਨਸ ਨੇ ਕਿ ਆਲੇ ਦੁਆਲੇ ਹੋਰ ਵੀ ਟਰਨਸ ਦਿੱਤੇ ਹੋਏ ਆ ਤਾਂ ਸਿੰਪਲੀ ਇਹਨੂੰ n ਦੇ ਨਾਲ ਮਲਟੀਪਲਾਈ ਕਰ ਦਿਓ, ਤਾਂ n I ਆਪਣੇ ਕੋਲ ਕੀ ਹੋ ਜਾਊਗਾ ਐਂਪੀਅਰ ਟਰਨਸ ਆਫ ਦੇ ਸਰਕੂਲਰ ਕਰੰਟ ਲੂਪ, ਤਾਂ ਮੈਗਨੈਟਿਕ ਡਾਈਪੋਲ ਮੂਵਮੈਂਟ ਕਿਹਦੇ ਇਕੁਅਲ ਹੋ ਗਈ ਐਂਪੀਅਰ ਟਰਨਸ ਇਨਟੂ ਏਰੀਆ ਆਫ ਕੁਆਇਲ। ਨੈਕਸਟ ਹੈ ਐਟਮ ਐਜ਼ ਅ ਮੈਗਨੈਟਿਕ ਡਾਈਪੋਲ। ਹੁਣ ਐਟਮ ਦੇ ਅੰਦਰ ਜਿਹੜੇ ਇਲੈਕਟ੍ਰੋਨਸ ਰਿਵੋਲਵ ਕਰ ਰਹੇ ਆ ਨਿਊਕਲੀਅਸ ਦੇ ਆਲੇ ਦੁਆਲੇ, ਤਾਂ ਉਹ ਕਿਵੇਂ ਰਿਵੋਲਵ ਕਰਦੇ ਆ ਇੱਕ ਸਰਕੂਲਰ ਆਰਬਿਟਸ ਦੇ ਵਿੱਚ, ਤਾਂ ਉਹ ਵੀ ਜਿਹੜੇ ਸਰਕੂਲਰ ਆਰਬਿਟਸ ਦੇ ਵਿੱਚ ਰਿਵੋਲਵ ਕਰ ਰਹੇ ਆ ਉਹਨਾਂ ਨੂੰ ਆਪਾਂ ਕਿਵੇਂ ਕੰਸੀਡਰ ਕਰ ਸਕਦੇ ਆ ਸਮਾਲ ਕਰੰਟ ਲੂਪ ਦੀ ਤਰ੍ਹਾਂ। ਇਸੇ ਕਰਕੇ ਜਿਹੜੇ ਇੱਕ ਐਟਮ ਦਿੱਤਾ ਹੋਇਆ ਉਹਦੇ ਕੋਲੇ ਮੈਗਨੈਟਿਕ ਡਾਈਪੋਲ ਮੂਵਮੈਂਟ ਵੀ ਹੁੰਦੀ ਆ, ਤੇ ਇਸੇ ਕਰਕੇ ਉਹਨੇ ਇੱਕ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਐਗਜ਼ਿਸਟ ਕਰਨਾ। ਹੁਣ ਆਪਾਂ ਸਪੋਜ਼ ਕਰਦੇ ਹਾਂ ਕਿ ਆਪਣੇ ਕੋਲ ਇੱਕ ਮੈਗਨੈਟਿਕ ਡਾਈਪੋਲ ਮੂਵਮੈਂਟ ਆ ਕਿਸੇ ਵੀ ਐਟਮ ਦੀ, ਕਿਉਂਕਿ ਉਹਨੇ ਆਰਬਿਟਲ ਮੋਸ਼ਨ ਪੋਜੈਸ ਕੀਤਾ ਹੋਇਆ ਇਲੈਕਟ੍ਰੋਨ ਦਾ ਜਿਹੜਾ ਹੈਗਾ ਹੈ, ਤਾਂ ਇਲੈਕਟ੍ਰੋਨ ਜਿਹੜਾ ਰਿਵੋਲਵ ਕਰ ਰਿਹਾ ਉਹਦਾ ਮਾਸ ਆਪਣੇ ਕੋਲ ਕਿੰਨਾ m e, ਤੇ ਕਿੰਨਾ ਚਾਰਜ ਆ ਇਲੈਕਟ੍ਰੋਨ ਦਾ e, ਜਿਹੜਾ ਸਰਕੂਲਰ ਆਰਬਿਟ ਜਿਹਦਾ ਰੇਡੀਅਸ r ਦਿੱਤਾ ਹੋਇਆ ਉਹਦੇ ਆਲੇ ਦੁਆਲੇ ਰਿਵੋਲਵ ਕਰ ਰਿਹਾ। ਨਿਊਕਲੀਅਸ ਦੇ ਆਲੇ ਦੁਆਲੇ ਹੀ ਇਲੈਕਟ੍ਰੋਨਸ ਰਿਵੋਲਵ ਕਰਦੇ ਆ, ਤਾਂ ਹੁਣ ਆਪਾਂ ਇੱਥੇ ਇਲੈਕਟ੍ਰੋਨ ਦਾ ਮਾਸ ਕਿੰਨਾ ਸਪੋਜ਼ ਕੀਤਾ m e, ਚਾਰਜ ਕਿੰਨਾ ਹੈ e, ਤਾਂ ਉਹ ਇਸ ਸਰਕੂਲਰ ਪਾਥ ਦੇ ਵਿੱਚ ਰਿਵੋਲਵ ਕਰ ਰਿਹਾ ਜਿਹਦਾ ਰੇਡੀਅਸ ਕਿੰਨਾ ਹੈ r। ਤਾਂ ਉਹਨੇ ਜਦੋਂ ਪੋਜ਼ਿਟਿਵ ਨਿਊਕਲੀਅਸ ਦੇ ਆਲੇ ਦੁਆਲੇ ਰਿਵੋਲਵ ਕਰਨਾ ਹੈ, ਅਰਾਊਂਡ ਦੀ ਨਿਊਕਲੀਅਸ ਰਿਵੋਲਵ ਕਰ ਰਿਹਾ ਹੈ, ਨਿਊਕਲੀਅਸ ਦੇ ਉੱਪਰ ਕਿਹੜਾ ਚਾਰਜ ਆ ਪੋਜ਼ਿਟਿਵ, ਤਾਂ ਕਿਵੇਂ ਰਿਵੋਲਵ ਕਰਦਾ ਹੈ ਇਨ ਐਂਟੀ ਕਲੌਕਵਾਈਜ਼ ਡਾਇਰੈਕਸ਼ਨ।
ਤਾਂ ਐਂਗੂਲਰ ਮੋਮੈਂਟਮ ਇਸ ਇਲੈਕਟ੍ਰੋਨ ਦੀ ਉਹਦੇ ਆਰਬਿਟਲ ਮੋਸ਼ਨ ਦੇ ਕਰਕੇ ਕਿੰਨੀ ਹੋਊਗੀ L ਇਜ਼ ਇਕੁਅਲ ਟੂ MEVR। ME ਕੀ ਸ਼ੋ ਕਰਦਾ, ਮਾਸ ਕਿਹਦਾ ਹੈ, ਇਲੈਕਟ੍ਰੋਨ ਦਾ, ਤੇ ਇਲੈਕਟ੍ਰੋਨ ਕਿੰਨੀ ਵੈਲੋਸਿਟੀ ਨਾਲ ਮੂਵ ਕਰ ਰਿਹਾ ਸੀ, v ਦੇ ਨਾਲ। ਤਾਂ ਹੁਣ ਇਲੈਕਟ੍ਰੋਨਸ ਦਾ ਜਿਹੜਾ ਆਰਬਿਟਲ ਮੋਸ਼ਨ ਆ ਉਹਦੇ ਕਰਕੇ ਉੱਥੇ ਐਂਗੂਲਰ ਮੋਮੈਂਟਮ ਜਿਹੜਾ L ਐਕਟ ਕਰ ਰਿਹਾ ਉਹ ਕਿਵੇਂ ਐਕਟ ਕਰੂਗਾ, L ਉਹਦੇ ਪਰਪੈਂਡੀਕੂਲਰ ਦੇ ਵਿੱਚ ਐਕਟ ਕਰੂਗਾ ਤੇ ਅਪਵਰਡ ਦੇ ਵਿੱਚ ਉਹਨੇ ਐਕਟ ਕਰਨਾ। ਹੁਣ ਆਰਬਿਟਲ ਮੋਸ਼ਨ ਜਿਹੜਾ ਇਲੈਕਟ੍ਰੋਨਸ ਆ ਉਹਦਾ ਆਪਾਂ ਟਾਈਮ ਪੀਰੀਅਡ ਸਪੋਜ਼ ਕਰਦੇ ਹਾਂ ਕਿ t ਟਾਈਮ ਉਹਨੂੰ ਲੱਗਦਾ ਹੈ। ਤਾਂ ਇਲੈਕਟ੍ਰੋਨ ਨੇ ਜੇ ਕਿਸੇ ਵੀ ਪੁਆਇੰਟ ਨੂੰ ਕ੍ਰੋਸ ਕਰਨਾ ਹਰੇਕ t ਟਾਈਮ ਦੇ ਬਾਅਦ, t ਸੈਕਿੰਡਸ ਦੇ ਬਾਅਦ, ਜਾਂ 1/t ਟਾਈਮਸ ਕਿ 1 ਸੈਕਿੰਡ ਦੇ ਵਿੱਚ ਉਹਨੂੰ ਕਿੰਨਾ ਟਾਈਮ ਲੱਗਦਾ ਹੈ, 1/t, ਜਾਂ t ਸੈਕਿੰਡਸ ਦੇ ਵਿੱਚ ਇਲੈਕਟ੍ਰੋਨ ਕੀ ਕਰਦਾ, ਹਰੇਕ ਪੁਆਇੰਟ ਨੂੰ, ਕਿਸੇ ਵੀ ਪੁਆਇੰਟ ਨੂੰ ਕ੍ਰੋਸ ਕਰ ਰਿਹਾ। ਤਾਂ ਆਰਬਿਟਲ ਮੋਸ਼ਨ ਕਿਹਦੇ ਇਕੁਇਵਲੈਂਟ ਹੋ ਜਾਊਗਾ, ਕਰੰਟ ਦੇ ਇਕੁਅਲ। ਤਾਂ ਆਪਣੇ ਕੋਲੇ ਕਰੰਟ ਕਿਹਦੇ ਇਕੁਅਲ ਹੁੰਦਾ ਹੈ, ਚਾਰਜ ਪਰ ਯੂਨਿਟ ਟਾਈਮ। ਇੱਥੇ ਚਾਰਜ ਆਪਣੇ ਕੋਲੇ ਕਿੰਨਾ ਹੈ, ਇਲੈਕਟ੍ਰੋਨ ਦਾ ਚਾਰਜ, ਇਹ ਟਾਈਮ ਆਪਾਂ ਕਿੰਨਾ ਸਪੋਜ਼ ਕੀਤਾ ਕਿ 1/t ਟਾਈਮਸ ਕਿ 1 ਸੈਕਿੰਡ ਦੇ ਵਿੱਚ ਉਹ ਇੰਨੀ ਵਾਰੀ ਕ੍ਰੋਸ ਕਰਦਾ। ਤਾਂ ਵੈਲਿਊ ਪੁੱਟ ਕਰ ਦਿਓ, ਫਿਰ Q ਨੂੰ E ਪੁੱਟ ਕੀਤਾ, T ਨੂੰ ਆਪਾਂ 1/t ਪੁੱਟ ਕੀਤਾ। ਔਰ ਟਾਈਮ ਪੀਰੀਅਡ ਕਿਹਦੇ ਇਕੁਅਲ ਹੋ ਜਾਊਗਾ, ਟਾਈਮ ਆਫ ਰੈਵੋਲੂਸ਼ਨ T। ਜੇ ਆਪਾਂ ਵੈਲੋਸਿਟੀ ਦੀ ਗੱਲ ਕਰੀਏ ਤਾਂ ਉਹ ਕਿਹਦੇ ਇਕੁਅਲ ਹੁੰਦੀ ਹੈ ਕਿ ਕਿੰਨੀ, ਜਿਹੜਾ ਉਹਨੇ ਪਾਥ ਕਵਰ ਕੀਤਾ ਉਹਦੀ ਲੈਂਥ ਕਿੰਨੀ ਹੈ। ਤਾਂ ਆਪਾਂ ਡਿਸਪਲੇਸਮੈਂਟ ਅਪੋਨ ਟਾਈਮ ਲਿਖਦੇ ਹਾਂ, ਤਾਂ ਟਾਈਮ ਦੀ ਵੈਲਿਊ ਕਿੰਨੀ ਹੋ ਜੂਗੀ ਫਿਰ, ਡਿਸਪਲੇਸਮੈਂਟ ਅਪੋਨ ਵੈਲੋਸਿਟੀ, ਕਿ ਜਿਹੜਾ ਪਾਥ ਦਿੱਤਾ ਹੋਇਆ ਸੀ ਉਹਦੀ ਲੈਂਥ ਕਿੰਨੀ। ਹੁਣ ਉਹਦੀ ਲੈਂਥ ਆਪਾਂ ਕਿਵੇਂ ਫਾਈਂਡ ਕਰਾਂਗੇ, ਇੱਥੇ ਸਰਕੂਲਰ ਦੇ ਵਿੱਚ ਤਾਂ ਸਰਕਮਫਰੈਂਸ ਕਿਹਦੇ ਇਕੁਅਲ ਹੋ ਗਿਆ, 2πr ਦੇ। ਤਾਂ 2πr ਅਪੋਨ v। ਤਾਂ ਫਿਰ ਇਹਦੀ ਵੈਲਿਊਜ਼ ਪੁੱਟ ਕਰ ਦਿਓ t ਦੀਆਂ, I ਇਜ਼ ਇਕੁਅਲ ਟੂ E ਇਨਵਰਸ ਦੇ ਵਿੱਚ 1/, ਰੈਸੀਪ੍ਰੋਕਲ ਕੀਤਾ ਤਾਂ ਕਿੰਨੀ ਵੈਲਿਊ ਹੋ ਗਈ ਫਿਰ, v/2πr। ਨੈਟ ਰਿਜ਼ਲਟ ਬਣ ਗਿਆ EV/2πr। ਬਟ ਏਰੀਆ ਆਪਣੇ ਕੋਲੇ ਕਿੰਨਾ ਹੁੰਦਾ ਇਲੈਕਟ੍ਰੋਨ ਆਰਬਿਟ ਦਾ, πr²। ਤਾਂ m ਦੀ ਵੈਲਿਊ ਫਿਰ ਕਿੰਨੀ ਹੋ ਜੂਗੀ, EV/2πr ਇੰਟੂ πr², ਕਿਉਂਕਿ m ਕਿਹਦੇ ਇਕੁਅਲ ਸੀਗਾ ਆਪਣੇ ਕੋਲੇ I ਇੰਟੂ A। ਤਾਂ ਦੇਖੋ ਹੁਣ ਪਾਈ ਦੇ ਨਾਲ ਪਾਈ ਕੱਟ ਹੋ ਜਾਊਗਾ, r² ਨਾਲ ਇੱਕ r ਕੱਟ ਹੋ ਗਈ, ਤਾਂ EVR/2। ਹੁਣ ਫਿਰ ਨੈਕਸਟ ਦੇ ਵਿੱਚ ਦੇਖੋ ਆਪਣੇ ਕੋਲੇ ਇੱਥੇ L ਕਿਹਦੇ ਇਕੁਅਲ ਸੀ, MEVR। ਇੱਥੇ ਆਪਣੇ ਕੋਲੇ ਕੀ ਬਣ ਜਾਏ, BR। ਤਾਂ VR ਦੀ ਵੈਲਿਊ ਫਿਰ ਕਿੰਨੀ ਆ ਜੂ ਇਸ ਇਕੁਏਸ਼ਨ ਤੋਂ, L/ME। ਤਾਂ ਵੈਲਿਊ ਪੁੱਟ ਕਰ ਦਿਓ, ਵੈਲਿਊ ਕਿੰਨੀ ਹੋ ਗਈ ਫਿਰ, E/2 L/ME। ਜੇ ਵੈਕਟਰ ਨੋਟੇਸ਼ਨ ਦੇ ਵਿੱਚ ਦੇਖਣਾ ਤਾਂ ਇਲੈਕਟ੍ਰੋਨ ਦੇ ਕੋਲ ਕਿਹੜਾ ਚਾਰਜ ਹੁੰਦਾ ਹੈ, ਨੈਗੇਟਿਵ ਚਾਰਜ। ਤਾਂ ਮਾਈਨਸ ਦਾ ਸਾਈਨ ਇੰਟਰੋਡਿਊਸ ਕਰਵਾਵਾਂਗੇ। ਤਾਂ ਮੈਗਨੈਟਿਕ ਡਾਈਪੋਲ ਮੂਵਮੈਂਟ ਤੇ ਐਂਗੂਲਰ ਮੋਮੈਂਟਮ ਇਹ ਵੈਕਟਰਸ। ਫਿਰ ਬੋਹਰ ਦੀ ਥਿਊਰੀ ਨੇ ਕੀ ਐਕਸਪਲੇਨ ਕੀਤਾ ਸੀਗਾ ਕਿ ਕਿਸੇ ਵੀ ਇਲੈਕਟ੍ਰੋਨ ਦਾ ਇਲੈਕਟ੍ਰੋਨ ਮੋਮੈਂਟਮ ਜਦੋਂ ਉਹ ਕਿਸੇ ਸਟੇਸ਼ਨਰੀ ਆਰਬਿਟ ਦੇ ਵਿੱਚ ਆ ਤਾਂ ਉਹਨੇ ਕਿਹੜੀਆਂ ਵੈਲਿਊਜ਼ ਅਕਵਾਇਰ ਕੀਤੀਆਂ, ਇੰਟੈਗਰਲ ਮਲਟੀਪਲ ਹੁੰਦਾ h/2π ਦਾ। ਤਾਂ ਐਂਗੂਲਰ ਮੋਮੈਂਟਮ ਫਿਰ ਕਿਹਦੇ ਇਕੁਅਲ ਹੋ ਗਿਆ, L ਇਜ਼ ਇਕੁਅਲ ਟੂ NH/2π। n ਦੀਆਂ ਵੈਲਿਊਜ਼ ਕਿੱਥੋਂ ਤੱਕ ਵੇਰੀ ਕਰਦੇ ਨੇ, 1 2 3 ਅਪ ਟੂ n। ਤਾਂ m ਦੀ ਵੈਲਿਊ ਆਪਾਂ ਕਿੰਨੀ ਫਾਈਂਡ ਕੀਤੀ ਸੀਗੀ, E/2me ਇੰਟੂ L। ਹੁਣ ਇੱਥੇ L ਦੀ ਵੈਲਿਊ ਪੁੱਟ ਕਰੋ, NH/2π। ਤਾਂ ਹੁਣ m ਕਿਹਦੇ ਇਕੁਅਲ ਹੋ ਗਿਆ ਫਿਰ, n ਇੰਟੂ EH/4πme। ਨੈਕਸਟ ਹੈ ਬੋਰ ਮੈਗਨੇਟੋਨ, ਕਿ ਮੈਗਨੈਟਿਕ ਡਾਈਪੋਲ ਮੂਵਮੈਂਟ ਜਿਹੜੀ ਕਿਸੇ ਐਟਮ ਦੇ ਨਾਲ ਐਸੋਸੀਏਟਡ ਆ ਉਹਦੇ ਆਰਬਿਟਲ ਮੋਸ਼ਨ ਦੇ ਕਰਕੇ, ਕਿਉਂਕਿ ਇਲੈਕਟ੍ਰੋਨ ਕਿ ਜਿਹੜਾ ਹਾਈਡਰੋਜਨ ਐਟਮ ਦੇ ਫਸਟ ਆਰਬਿਟ ਦੇ ਵਿੱਚ ਰਿਵੋਲਵ ਕਰ ਰਿਹਾ ਸੀ, ਤਾਂ ਕਿੰਨੀ ਮੈਗਨੈਟਿਕ ਡਾਈਪੋਲ ਮੂਵਮੈਂਟ ਉਹਦੇ ਨਾਲ ਐਸੋਸੀਏਟਡ ਆ, ਉਹ ਕਿੰਨੀ ਹੁੰਦੀ ਹੈ, ਬੋਹਰ ਮੈਗਨੇਟੋਨ। ਉਹਨੂੰ ਆਪਾਂ ਸ਼ੋ ਕਰਦੇ ਹਾਂ μ b ਦੇ ਨਾਲ। ਥੈਂਕ ਯੂ।